ਦਿੱਲੀ ਮੋਰਚੇ ਦੇ 6 ਮਹੀਨੇ ਪੂਰੇ ਹੋਣ ਤੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਦਾ ਹੱਲਾ ਬੋਲ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪ੍ਰਦਰਸ਼ਨ, ਕਾਲੇ ਝੰਡੇ ਲਹਿਰਾ ਕੇ ਰੋਸ ਜਤਾ ਰਹੇ ਕਿਸਾਨ। ਕਿਸਾਨਾਂ ਦੇ ਸਮਰਥਨ ਦੇ ਵਿੱਚ ਉਤਰੀਆਂ तमाम ਵਿਰੋਧੀ ਪਾਰਟੀਆਂ। ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਣੇ 12 ਤੋਂ ਜ਼ਿਆਦਾ ਪਾਰਟੀਆਂ ਨੇ ਦਿੱਤੀ ਹਮਾਇਤ। ਲੰਬੀ ਚ ਬਾਦਲ ਪਰਿਵਾਰ ਨੇ ਵੀ ਆਪਣੀ ਰਿਹਾਇਸ਼ ਤੇ ਲਗਾਇਆ ਕਾਲਾ ਝੰਡਾ। ਸੁਨੀਲ ਜਾਖੜ ਨੇ ਦੇਸ਼ ਦੇ ਵਿੱਚ ਮਹਾਗਠਜੋੜ ਬਣਾਉਣ ਦੀ ਚੁੱਕੀ ਮੰਗ। ਸੋਨੀਆ ਤੇ ਰਾਹੁਲ ਗਾਂਧੀ ਨੂੰ ਕੀਤੀ ਅਪੀਲ। ਮੋਦੀ ਸਰਕਾਰ ਨੂੰ ਸੱਤਾ ਤੋਂ ਲਾਉਣ ਦੇ ਲਈ ਦੇਸ਼ ਭਰ ਦੀਆਂ ਪਾਰਟੀਆਂ ਨੂੰ ਇਕਜੁੱਟ ਕਰਨ ਨੂੰ ਕਿਹਾ। ਦੇਸ਼ ਦੇ ਵਿੱਚ 24 ਘੰਟਿਆਂ 'ਚ 2 ਲੱਖ ਤੋਂ ਜ਼ਿਆਦਾ ਨਵੇਂ ਕੋਰੋਨਾ ਦੇ ਮਾਮਲੇ। 4000 ਤੋਂ ਵੱਧ ਮਰੀਜ਼ਾਂ ਦੀ ਗਈ ਜਾਨ। ਕਰੀਬ 3 ਲੱਖ ਮਰੀਜ਼ ਠੀਕ ਵੀ ਹੋਏ। 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਪੰਜਾਬ ਨੇ ਭੇਜੇ ਕੇਂਦਰ ਨੂੰ ਸੁਝਾਅ। ਇਮਤਿਹਾਨ ਤੋਂ ਪਹਿਲਾਂ ਵਿਦਿਆਰਥੀਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ। ਉਚੇਰੀ ਸਿੱਖਿਆ ਦਾ ਸਿਲੇਬਸ ਘਟਾਉਣ ਦੀ ਵੀ ਸਿਫਾਰਿਸ਼। ਪਟਿਆਲਾ ਜੇਲ੍ਹ ਤੋਂ ਫਰਾਰ 3 ਕੈਦੀਆਂ ਦੇ ਮਾਮਲੇ 'ਚ ਹੋਇਆ ਐਕਸ਼ਨ। ਜੇਲ੍ਹ ਦੇ ਵਾਰਡਨ ਅਤੇ 2 ਸਹਾਇਕ ਸੁਪਰਡੈਂਟ ਸਸਪੈਂਡ। ਫਰਾਰ ਕੈਦੀਆਂ ਦੇ ਵਿੱਚੋਂ 2 ਅਜੇ ਵੀ ਗ੍ਰਿਫਤ ਤੋਂ ਬਾਹਰ। ਸਾਗਰ ਕਤਲकांड ਮਾਮਲੇ 'ਚ 4 ਹੋਰ ਮੁਲਜ਼ਮ ਗ੍ਰਿਫਤਾਰ। ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ 'ਚ। ਸਾਗਰ ਨੂੰ ਬੁਰੀ ਤਰ੍ਹਾਂ ਕੁੱਟ ਕੇ ਉਤਾਰਿਆ ਗਿਆ ਸੀ ਮੌਤ ਦੇ ਘਾਟ। ਤੇ ਫਰੀਦਾਬਾਦ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ। ਸੜਕ ਤੇ ਜਾ ਰਹੇ ਸ਼ਖਸ ਨੂੰ ਕਾਰ ਨੇ ਮਾਰੀ ਟੱਕਰ, ਮੌਕੇ ਤੇ ਹੀ ਮੌਤ। सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल। 26 मई का दिन है ਤੇ ਅੱਜ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਦਾ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। 6 ਮਹੀਨੇ ਪੂਰੇ ਹੋ ਚੁੱਕੇ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ, ਜੋ ਦਿੱਲੀ ਦੀਆਂ ਅਮਰੂਹਾਂ ਦੇ ਉੱਤੇ ਸ਼ੁਰੂ ਕੀਤਾ ਗਿਆ। 26 ਨਵੰਬਰ ਤੋਂ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਇਸ ਵਿਚਾਲੇ ਕਿਸਾਨਾਂ ਦੇ ਵੱਲੋਂ ਜਿਹੜੇ ਪ੍ਰਦਰਸ਼ਨ ਹੈ ਉਸ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਸਰਕਾਰ ਨੂੰ ਦਿੱਤੀ ਗਈ ਹੈ। ਇਸ ਸਭ ਦੇ ਵਿਚਾਲੇ ਕੁਝ ਤਸਵੀਰਾਂ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਜਿਹੜੇ ਪ੍ਰਦਰਸ਼ਨ ਹੈ ਉਸ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਕਾਲੇ ਝੰਡੇ ਅੱਜ ਲਹਿਰਾਏ ਜਾ ਰਹੇ ਨੇ ਗੱਡੀਆਂ ਦੇ ਉੱਤੇ, ਘਰਾਂ ਦੀਆਂ ਛੱਤਾਂ ਦੇ ਉੱਤੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ। ਤਾਂ ਤਸਵੀਰਾਂ 5 ਤੁਹਾਡੇ ਸਾਹਮਣੇ। 6 ਮਹੀਨੇ ਪੂਰੇ ਹੋ ਚੁੱਕੇ ਨੇ, ਰੇੜਕਾ ਹਜੇ ਵੀ ਬਰਕਰਾਰ ਹੈ ਤੇ ਇਸ ਵਿਚਾਲੇ ਸਵਾਲ ਇਹ ਵੀ ਹੈ ਕਿ ਸਰਕਾਰ ਸੁਣੇਗੀ ਕਦੋਂ, ਮੁੱਦਾ ਸੁਲਝੇਗਾ ਕਦੋਂ। ਤੇ ਅੱਜ ਫੇਰ ਲਲਕਾਰ ਕਿਸਾਨਾਂ ਦੀ ਇਹ 5 ਤਸਵੀਰਾਂ। ਪੂਰਾ ਮਾਮਲਾ ਤੁਹਾਨੂੰ ਦੱਸ ਰਹੇ, ਇਹ ਵੀ ਤੁਹਾਨੂੰ ਕਲੀਅਰ ਕਰ ਦਈਏ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ, ਉਹਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਕੋਈ ਵੀ ਰੋਡ ਜਾਮ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨ ਕੀਤੇ ਜਾਣੇ ਨੇ ਪੂਰੇ। ਜੇਕਰ ਗੱਲ ਕਰੀਏ ਵੱਖ-ਵੱਖ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ, ਤਾਂ ਦਿੱਲੀ ਮੋਰਚੇ ਦੇ 6 ਮਹੀਨੇ ਪੂਰੇ ਹੋਏ ਨੇ, ਉਸ ਦੀਆਂ ਤਸਵੀਰਾਂ ਤੁਹਾਡੇ ਤੱਕ ਦਿਖਾ ਰਹੇ ਹਾਂ। ਤਾਂ ਇਸ ਕੁਝ ਗ੍ਰਾਫਿਕਸ ਦੇ ਜ਼ਰੀਏ ਵੀ ਤੁਹਾਨੂੰ ਦਿਖਾਣੇ ਆ ਕਿ ਕੀ ਕੁਝ ਹੁਣ ਤੱਕ ਦਾ ਅਪਡੇਟ ਇਸ ਪੂਰੇ ਮਾਮਲੇ ਦੇ ਵਿੱਚ ਰਿਹਾ। ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਤੋਂ ਲੈ ਕੇ ਹੁਣ ਤੱਕ ਦਾ ਜੋ 26 ਨਵੰਬਰ ਨੂੰ ਸ਼ੁਰੂ ਹੋਇਆ ਸੀ, ਤਾਂ 26 ਨਵੰਬਰ ਨੂੰ ਕਿਸਾਨਾਂ ਨੇ ਦਿੱਲੀ ਦੇ ਵੱਲ ਕੂਚ ਕੀਤਾ, ਉੱਥੇ ਪ੍ਰਦਰਸ਼ਨ ਸ਼ੁਰੂ ਕੀਤਾ। ਦਿੱਲੀ ਦੇ ਚਾਰੇ ਪਾਸੇ ਡੇਰਾ ਲਗਾਇਆ ਗਿਆ। 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅੰਦੋਲਨ ਹੈ। ਕਾਨੂੰਨ ਵਾਪਸ ਲੈਣ ਦੀ ਮੰਗ ਦੇ ਉੱਤੇ ਕਿਸਾਨ ਅੜੇ ਹੋਏ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਟਿਕਰੀ ਬਾਰਡਰ, ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਇਹਨਾਂ ਬਾਰਡਰਸ ਦੇ ਉੱਤੇ ਧਰਨੇ ਲਗਾਤਾਰ ਕਿਸਾਨਾਂ ਦੇ ਜਾਰੀ ਹੈ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਜਿਹੜੇ ਹੈਗੇ ਨੇ ਖਾਸ ਤੌਰ ਤੇ ਸਿੰਘੂ ਅਤੇ ਟਿਕਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ। ਹੁਣ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗੱਲਬਾਤ ਦੀ ਕਿ ਕਿਸ ਤਰੀਕੇ ਨਾਲ ਗੱਲਬਾਤ ਸਰਕਾਰ ਦੇ ਵਿਚਾਲੇ ਹੋਈ ਹੈ। ਕੁਝ ਹੋਰ ਗ੍ਰਾਫਿਕਸ ਤੁਹਾਨੂੰ ਦਿਖਾਣੇ ਆ। ਕੇਂਦਰ ਤੇ ਕਿਸਾਨਾਂ ਦੇ ਵਿੱਚ ਬੈਠਕਾਂ ਦਾ ਲੰਬਾ ਦੌਰ ਚੱਲਿਆ। ਖਾਸ ਤੌਰ ਤੇ ਜਦੋਂ ਦਿੱਲੀ ਵੱਲ ਕੂਚ ਕਰ ਦਿੱਤਾ ਜਾਂ ਦਿੱਲੀ ਪਹੁੰਚ ਗਏ, ਉਸ ਵਿਚਾਲੇ ਖੂਬ ਸਾਰੀਆਂ ਮੀਟਿੰਗਸ ਹੋਈਆਂ। ਸਰਕਾਰ ਦੇ ਨਾਲ ਗੱਲਬਾਤ ਦਾ ਸਿਲਸਿਲਾ ਹੋਇਆ। 11 ਗੇੜ ਦੀ ਅਫੀਸ਼ੀਅਲ ਤੌਰ ਦੇ ਉੱਤੇ ਬੈਠਕਾਂ ਹੋਈਆਂ। 14 ਅਕਤੂਬਰ ਨੂੰ ਕੇਂਦਰ ਦੇ ਨਾਲ ਪਹਿਲੀ ਬੈਠਕ ਹੋਈ ਸੀ। 22 ਜਨਵਰੀ ਨੂੰ ਆਖਰੀ ਬੈਠਕ ਹੋਈ ਹੈ। 4 ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਕਿ ਕੋਈ ਹੁਣ ਮੁਲਾਕਾਤ ਗੱਲਬਾਤ ਵੀ ਨਹੀਂ ਹੋਈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇੱਕ ਅਨਅਫੀਸ਼ੀਅਲ ਮੁਲਾਕਾਤ ਵੀ ਕਹੀ ਜਾਂਦੀ ਹੈ ਜੋ ਹੋਈ ਅਮਿਤ ਸ਼ਾਹ ਹੋਰਾਂ ਦੇ ਨਾਲ, ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ। ਉਸ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਸੀ। ਤਾਂ 12 ਵਾਰ ਮੁਲਾਕਾਤਾਂ ਸਰਕਾਰ ਦੇ ਨੁਮਾਇੰਦਿਆਂ ਨਾਲ ਹੋ ਚੁੱਕੀਆਂ ਨੇ। ਤਾਂ ਪੇਚ ਕਿੱਥੇ ਫਸਿਆ ਹੋਇਆ? ਪੇਚ ਫਸਿਆ ਹੋਇਆ ਕਿ ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਅੜੇ ਹੋਏ ਨੇ। ਸਰਕਾਰ ਰੋਕ ਲਗਾਉਣ ਦਾ ਪ੍ਰਸਤਾਵ ਦੇ ਰਹੀ ਹੈ, ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸਰਕਾਰ ਅੜੀ ਹੋਈ ਹੈ ਕਿ ਅਸੀਂ ਰੱਦ ਨਹੀਂ ਕਰਨੇ ਕਾਨੂੰਨ।
1.5 ਸਾਲ ਦੇ ਲਈ ਕਾਨੂੰਨਾਂ ਦੇ ਉੱਤੇ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਾਰਿਜ ਕਰ ਦਿੱਤਾ ਗਿਆ। ਅੱਗੇ ਵਧਦੇ ਹਾਂ, ਕੁਝ ਹੋਰ ਗ੍ਰਾਫਿਕਸ ਦੇ ਜ਼ਰੀਏ ਪੂਰਾ ਮੁੱਦਾ ਸਮਝਾਉਂਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਕਿਸ ਤਰੀਕੇ ਨਾਲ ਇਹ ਪੂਰਾ ਮਾਮਲਾ ਪਹੁੰਚਿਆ ਹੋਇਆ ਹੈ। ਤਾਂ ਖੇਤੀ ਕਾਨੂੰਨਾਂ ਦਾ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੈ। ਕੋਰਟ ਨੇ ਅਣਮਿੱਥੇ ਸਮੇਂ ਦੇ ਲਈ ਕਾਨੂੰਨ ਦੇ ਉੱਤੇ ਰੋਕ ਲਗਾਈ ਹੈ। ਮਸਲੇ ਦੇ ਹੱਲ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਚੁੱਕੀ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਸਾਫ਼ ਕੀਤਾ ਸੀ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਸਿਰਫ ਜ਼ਮੀਨੀ ਹਕੀਕਤ ਦੱਸੇਗੀ, ਕਮੇਟੀ ਦੀ ਸਿਫਾਰਿਸ਼ ਕੋਈ ਨਹੀਂ ਹੋਏਗੀ। ਤੇ ਨਾਲ ਹੀ ਅੰਦੋਲਨ ਦੇ ਉੱਤੇ ਜਿਸ ਤਰੀਕੇ ਦੇ ਸਵਾਲ ਉੱਠੇ ਨੇ ਉਹਨਾਂ ਦਾ ਵੀ ਜ਼ਿਕਰ ਹੋਣਾ ਜ਼ਰੂਰੀ ਹੈ। ਅੰਦੋਲਨ ਦੇ ਵਿੱਚ ਖਾਲਿਸਤਾਨੀ ਤੱਤ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ, ਜੇਲ੍ਹਾਂ ਦੇ ਵਿੱਚ ਬੰਦ ਵੱਖਵਾਦੀਆਂ ਦੀ ਹਮਾਇਤ ਦੇ ਇਲਜ਼ਾਮ ਲੱਗੇ। 26 ਜਨਵਰੀ ਨੂੰ ਲਾਲ ਕਿਲੇ ਤੇ ਹਿੰਸਾ ਹੋਈ, ਇਹ ਵੱਡਾ ਮੁੱਦਾ ਬਣਿਆ। ਲਾਲ ਕਿਲੇ ਤੇ ਪ੍ਰਦਰਸ਼ਨਕਾਰੀਆਂ ਨੇ ਕੇਸਰੀ ਝੰਡਾ ਲਹਿਰਾਇਆ ਸੀ। 26 ਜਨਵਰੀ ਦੇ ਦਿਨ ਕਰੋਨਾ ਕਾਲ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਸਵਾਲਾਂ ਦੇ ਵਿੱਚ ਵੀ ਰਿਹਾ। ਮਹਾਮਾਰੀ ਦੇ ਦੌਰ ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਤੇ ਸਾਰੀਆਂ ਚੀਜ਼ਾਂ ਨੇ ਜੋ ਜਿਨ੍ਹਾਂ ਦੇ ਉੱਤੇ ਪਿਛਲੇ 6 ਮਹੀਨੇ ਤੋਂ ਜ਼ਿਕਰ ਜਾਂ ਜਿਨ੍ਹਾਂ ਦੀ ਚਰਚਾ ਹੋਈ ਹੈ। ਹੁਣ ਤੁਹਾਨੂੰ ਵੱਖ-ਵੱਖ ਥਾਵਾਂ ਤੋਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾਵਾਂਗੇ ਕਿ ਇਸ ਸਮੇਂ ਕਿਸਾਨਾਂ ਦੇ ਅੰਦੋਲਨ ਜਾਂ ਫਿਰ ਪ੍ਰਦਰਸ਼ਨ ਨੂੰ ਲੈ ਕੇ ਜੋ ਕੁਝ ਐਲਾਨ ਸੀ ਉਹਨਾਂ ਦਾ ਕਿੰਨਾ ਕੁ ਅਸਰ ਨਜ਼ਰ ਆ ਰਿਹਾ ਹੈ। ਸਾਡੇ ਨਾਲ ਸਾਡੇ ਸਹਿਯੋਗੀ ਪ੍ਰਦੀਪ ਧਨਖੜ ਜੁੜ ਰਹੇ ਨੇ ਟਿਕਰੀ ਬਾਰਡਰ ਤੋਂ। ਇਸ ਦੇ ਨਾਲ ਹੀ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਮਨੋਜ ਰਾਠੀ ਖਰੜ ਤੋਂ, ਸਾਨੂੰ ਪੂਰੀ ਜਾਣਕਾਰੀ ਦੇਣਗੇ। ਪਹਿਲਾਂ रुख करते हैं टिकरी बॉर्डर का। साडे सहयोगी प्रदीप धनखड़ ने। प्रदीप, जानना चाहेंगे क्या कुछ इस समय वहां पर माहौल है और किस तरह से ये रोष जताया जा रहा है किसान नेताओं की तरफ से, किसानों की तरफ से? 6 महीने पूरे हो चुके हैं इस पूरे प्रदर्शन को। जी गौरव, बिल्कुल टीकरी बॉर्डर पर दिल्ली की सीमा पर बैठे हुए किसानों को आज 6 महीने पूरे हो गए हैं। इसीलिए आज जो किसान हैं यहाँ भारी संख्या में इकट्ठे हुए हैं। तस्वीरें मैं दिखाना चाहूंगा कि किसान एक बाइक रैली निकाल रहे हैं, ट्रैक्टर रैली निकाल रहे हैं, गाड़ियों पर, मोटरसाइकिल पर और लाठियों पर उन्हें किसान आंदोलन के झंडों के साथ साथ, किसान यूनियन के झंडों के साथ साथ काले झंडे भी लगाए हैं, विरोध जता रहे हैं। लगातार किसान मांग कर रहे हैं कि जो 3 कृषि कानून उन्हें रद्द कर दिया जाए, एमएसपी को लेकर नया कानून बनाया जाए। लेकिन सरकार के साथ जो बातचीत थी वो बंद हो चुकी है, डेडलॉक लगा हुआ है। पिछले 4 महीने से ना तो सरकार किसानों के साथ बातचीत कर रही है और किसानों ने अभी कुछ दिन पहले ही एक पत्र लिखकर मांग की है कि जो डेडलॉक लगा हुआ है बातचीत का वो दोबारा से शुरू किया जाए। और किसानों ने पहले ही ये घोषणा कर दी थी कि अब भी अगर सरकार नहीं मानती तो इस आंदोलन को तेज किया जाएगा। लगातार किसान आंदोलन आगे बढ़ रहा है, आगे की तरफ जा रहा है। आप देख सकते हैं कि भारी भीड़ यहाँ पर इकट्ठी हुई थी। जो लगातार किसान टीकरी बॉर्डर पर भारी संख्या में एकत्रित हो रहे हैं, गांव से चलकर आ रहे हैं, शहरों से भी चलकर किसान यहाँ पर एकत्रित हुए हैं। टीकरी बॉर्डर पर 2 जगह धरना चलता है, एक पकोड़ा चौक पर और दूसरा टीकरी बॉर्डर पर जहाँ पुलिस ने बैरिकेडिंग की है वहां पर भी ये किसान इकट्ठे हुए हैं। साथ ही किसान नेता जो उन्होंने संदेश दिया कि किसान जो भी जहां पर भी है वहीं पर इसको काले दिवस के रूप में मनाएं, क्योंकि सरकार उनकी मांगे नहीं मान रही है। अपने घरों पर काला झंडा लगाएं, अपनी गाड़ियों पर काला झंडा लगाएं और सरकार को संदेश दी कि वो सरकार की नीतियों से बेहद खफा है। जी गौरव जी, तस्वीरें और दिखा दें अगर आप प्रदीप हमें टिकरी बॉर्डर की, क्योंकि जो लोग हैं वो भी जानना चाहते होंगे कि टिकरी बॉर्डर पर मौजूदा समय में स्थिति क्या है। और साथ ही ये भी अगर आप बता पाएं कि कितना बड़ी संख्या में किसान वहां पर हैं, क्योंकि पिछले कुछ दिनों में ये लगातार तस्वीरें और खबरें सामने आई हैं कि कूच किया गया पंजाब से, हरियाणा से, अलग अलग जिलों से दिल्ली बॉर्डर की तरफ इस पूरे आंदोलन को और मजबूत करने के लिए। बढ़ रहे हैं, बाईपास की तरफ निकले हैं। ये किसान जो है ट्रैक्टरों पर सवार होकर, बाइकों पर सवार होकर एक रैली निकाल रहे हैं और संदेश देना चाहते हैं कि सरकार इनकी मांगे मान ले, नहीं तो आंदोलन और भी तेज चलेगा। क्योंकि 6 महीने का राशन लेकर किसान पंजाब से आए थे, हरियाणा के हिस्सों से आए थे, लेकिन अब भी जो किसान हैं यहीं दिल्ली की सीमाओं पर बैठे हुए हैं और मांग कर रहे हैं कि उनकी मांगों को जल्द से जल्द पूरा कर दिया जाए। वरना 31 तारीख को संयुक्त मोर्चे ने एक बैठक बुलाई है, वहां पर जो रणनीति बनाई जाएगी कि किस तरीके से आंदोलन को तेज किया जाए और कड़े फैसले इस मीटिंग में फिलहाल लेने की संभावना बनी हुई है। जगह जगह से किसान टीकरी बॉर्डर पर इकट्ठे हुए हैं। फिलहाल रैली निकालने के लिए किसान शहर के अन्य हिस्सों में गए हैं। वहां से रैली निकालने के बाद एक बार फिर से किसान जो जहां पर मंच चलता है, धरना चलता है, वहां पर एकत्रित होंगे और किसान नेताओं से सीधा संवाद यहां पर करेंगे, बातचीत करेंगे। किसान नेताओं के विचार भी यहां पर सुनने को मिलेंगे। गौरव ठीक है,
ਹੁਣ रुख करते हैं ਅਸੀਂ ਮੋਹਾਲੀ ਜ਼ਿਲ੍ਹੇ ਦਾ। ਮੋਹਾਲੀ ਜ਼ਿਲ੍ਹੇ ਦੇ ਵਿੱਚ ਕੀ ਕੁਝ ਇਸ ਸਮੇਂ ਮਾਹੌਲ ਜਾਂ ਸਥਿਤੀ ਨਜ਼ਰ ਆ ਰਹੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਿੱਧਾ रुख ਕਰਦੇ ਹਾਂ ਮਨੋਜ ਰਾਠੀ ਸਾਡੇ ਸਹਿਯੋਗੀ ਸਾਡੇ ਨਾਲ ਨੇ। ਮਨੋਜ, ਜਾਣਨਾ ਚਾਹਾਂਗੇ ਕੀ ਕੁਝ ਇਸ ਸਮੇਂ ਮਾਹੌਲ, ਕਿੱਥੇ ਤੁਸੀਂ ਮੌਜੂਦ ਹੋ ਤੇ ਕੀ ਕੁਝ ਪੂਰਾ ਪ੍ਰੋਗਰਾਮ ਉਲੀਕਿਆ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਦੇ ਦਿਨ? देखो गौरव, ਅਸੀਂ ਇਸ ਟਾਈਮ ਲਾਂਡਰਾ ਟੀ ਪੁਆਇੰਟ ਤੇ ਹਾਂ। ਇੱਥੇ ਦਾ ਜਿਹੜਾ ਹੁਣ ਇਹਨਾਂ ਨੇ ਪੂਰਾ ਰੋਡ ਮੈਪ ਤਿਆਰ ਕੀਤਾ ਹੈ। ਥੋੜੀ ਦੇਰ ਤੱਕ ਸਾਰੇ ਇੱਥੇ ਇਕੱਠ ਹੋਣਗੇ ਤੇ ਇਕੱਠ ਹੋਣ ਤੋਂ ਬਾਅਦ ਇੱਥੋਂ ਆਪਣੀ ਗੱਡੀਆਂ ਤੇ ਟਰੈਕਟਰ ਤੇ ਇੱਥੋਂ ਕਾਲੇ ਜਿਹੜੇ ਝੰਡੇ ਆ, ਹੋਰ ਜਿਹੜੇ ਕਿਸਾਨੀ ਝੰਡੇ ਉਹ ਲੈ ਕੇ ਸਿੱਧਾ ਸਿੰਘ ਸਾਹਿਬ ਗੁਰਦੁਆਰੇ ਸਾਹਿਬ ਉੱਥੋਂ ਤੱਕ ਜਾਣਗੇ। ਤੇ ਇਹ ਸਾਰਾ ਜਿਹੜਾ ਹੁਣ ਇਹਨਾਂ ਨੇ ਪਲਾਇਆ, ਉਸ ਤੋਂ ਬਾਅਦ ਭਾਗੋ ਮਾਜਰਾ ਟੋਲ ਪਲਾਜ਼ਾ 'ਚ ਵੀ ਜਸ ਬਾਜਵਾ ਤੇ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਉੱਤੇ ਇਕੱਠ ਹੋਣਗੇ ਤੇ ਕਾਲੇ ਝੰਡੇ ਜਿਹੜੇ ਦਿਖਾ ਕੇ ਉਹ ਪ੍ਰਦਰਸ਼ਨ ਕਰਨਗੇ। ਇਹ ਸਾਫ਼ ਤੌਰ ਤੇ ਗੱਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਰੋਡ ਜਾਮ ਉਹ ਨਹੀਂ ਕੀਤਾ ਜਾਏਗਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਜਿਹੜਾ ਪ੍ਰਦਰਸ਼ਨ ਹੈ, ਸਿਰਫ ਕਾਲੇ ਝੰਡੇ ਆਪਣੀ ਗੱਡੀਆਂ 'ਚ ਲਾ ਕੇ, ਆਪਣੇ ਜਿਹੜੀ ਟਰੈਕਟਰਸ ਨੇ, ਆਪਣੀ ਟਰਾਲੀਜ਼ ਨੇ, ਹੋਰ ਜਿਹੜੀ ਆਪਣੀ ਕਾਰਾਂ ਨੇ, ਉਹਦੇ ਤੇ ਕਾਲੇ ਝੰਡੇ ਲਾ ਕੇ ਆਪਣਾ ਰੋਸ ਜਿਹੜਾ ਹੈਗਾ ਉਹ ਤੁਸੀਂ ਦਿਖਾਉਣਾ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਰੋਡ ਜੈਮ ਜਿਹੜਾ ਹੈਗਾ ਉਹ ਨਹੀਂ ਕਰਨਾ। ਹਾਲਾਂਕਿ ਇੱਥੇ ਜਿਹੜੇ ਪ੍ਰਧਾਨ ਹੈ ਉਹ ਇਕੱਠ ਹੋਏ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਹੋਰ ਅੱਜ ਦੀ ਮੋਹਾਲੀ ਜ਼ਿਲ੍ਹੇ ਦੀ ਕੀ ਰਣਨੀਤੀ ਹੈ। ਭਾਜੀ, ਅੱਜ ਕਿਸ ਤਰ੍ਹਾਂ ਦੀ ਰਣਨੀਤੀ ਹੈ ਤੁਹਾਡੀ? ਹਜੇ ਤੱਕ ਬੰਦੇ ਤੁਹਾਡੇ ਇਕੱਠ ਨਹੀਂ? ਅਸੀਂ ਚੱਲ ਕੇ ਸੋਹਾਣਾ ਜਾਊਂਗੇ, ਉਹ ਤੋਂ ਬਾਅਦ ਆਪਣਾ ਘੁੰਮ ਕੇ 3B2 ਉੱਥੇ ਨੂੰ ਆਪਣਾ ਬੈਸਟਾ ਕਮਾਲ ਆ ਕੇ ਰੁਕਣਾਗਾ। ਠੀਕ ਹੈ। ਤੇ ਪ੍ਰਦਰਸ਼ਨ ਕਿਸ ਤਰ੍ਹਾਂ ਕਰਨਾ ਹੈ ਤੁਸੀਂ? ਆਪਣਾ ਰੋਜ਼ ਕਿਸ ਤਰ੍ਹਾਂ ਕਰਨਾ ਹੈ? ਪੂਰੇ ਰੋਹ ਨਾਲ ਕਰਨਾ। ਠੀਕ ਹੈ। ਕਿਸੇ ਤਰ੍ਹਾਂ ਦਾ ਕੋਈ ਰੋਡ ਜਾਮ ਵਗੈਰਾ ਨਹੀਂ? ਨਾ, ਬਿਲਕੁਲ ਨਹੀਂ, ਸਿਰਫ ਆਪਣਾ ਮਾਰਚ ਕੱਢਣਾ। ਹਾਂ। ਤੇ 6 ਮਹੀਨੇ ਪੂਰੇ ਹੋ ਚੱਲੇ ਨੇ। 6 ਮਹੀਨੇ ਪੂਰੇ ਹੋ ਚੱਲੇ, ਮੋਦੀ ਨੂੰ ਵੀ 7 ਸਾਲ ਹੋ ਚੱਲੇ। ਬਿਲਕੁਲ। ਠੀਕ ਹੈ, ਉਹਨੇ ਕਿਹੜੀ ਸਵਾੜ ਆਈ ਹੈ। ਠੀਕ ਹੈ, ਉਸੇ ਦਾ ਪਿੱਟ ਸਿਆਪਾ ਕਰਨਾ। ਠੀਕ ਹੈ। ਤੇ ਗੌਰਵ, ਜ਼ਰੂਰ ਜਿਹੜਾ ਹੈਗਾ ਉਹ ਰੋਜ਼ ਜ਼ਰੂਰ ਵੇਖਣ ਨੂੰ ਮਿਲ ਰਿਹਾ। ਹੁਣ ਧੀਰੇ ਧੀਰੇ ਜਿਹੜਾ ਇਕੱਠ ਹੋ ਰਿਹਾ। ਬਾਬਾ ਜੀ, ਤੁਸੀਂ ਵੀ ਝੰਡਾ ਲੈ ਕੇ ਖੜੇ ਹੋ। ਅੱਜ 6 ਮਹੀਨੇ ਪੂਰੇ ਹੋ ਚੱਲੇ ਨੇ ਕਿਸਾਨੀ ਅੰਦੋਲਨ ਨੂੰ। ਹਾਂਜੀ, ਕਿਸ ਤਰ੍ਹਾਂ 6 ਮਹੀਨੇ ਪੂਰੇ ਹੋ ਗਏ। ਇਸ ਤੋਂ ਬਾਅਦ ਹੁਣ ਅਸੀਂ ਕਿੱਥੋਂ ਜਾਈਏ? ਅਜੀ ਐਂ ਚੱਲਦਾ ਰਹਿਣਾ, ਇਹ ਨਹੀਂ ਬੰਦ ਹੁੰਦਾ। ਅੱਛਾ। ਜਾਂ ਮਰਾਂਗੇ ਜਾਂ ਮਾਰਾਂਗੇ, ਠੀਕ ਹੈ। ਕੋਈ ਸਾਨੂੰ ਉਹ ਨਹੀਂ ਹੈ, ਸਾਨੂੰ ਕੋਈ ਲਾਭ ਨਹੀਂ। ਗਵਰਨਮੈਂਟ ਸਾਡੀ ਪੰਜਾਬ ਦੀ ਵੀ ਗਲਤ ਹੈ। ਜੇ ਤੁਸੀਂ ਕਹਿਣਾ ਪੰਜਾਬ ਠੀਕ ਹੈ, ਪੰਜਾਬ ਦੀ ਗਵਰਨਮੈਂਟ। ਤੇ ਗੌਰਵ, ਜ਼ਰੂਰ ਇਹ ਜਿਹੜਾ ਪ੍ਰਦਰਸ਼ਨ ਹੈ ਹੁਣ ਧੀਰੇ ਧੀਰੇ ਇੱਥੇ ਇਕੱਠ ਹੋ ਰਿਹਾ ਹੈ ਆਪਣੀ ਗੱਡੀਆਂ 'ਚ ਤੇ ਆਪਣੇ ਜਿਹੜੇ ਕਾਲੇ ਝੰਡੇ ਲਾ ਕੇ ਇੱਥੇ ਹੁਣ ਇਕੱਠ ਹੋਣ ਦੀ ਤਿਆਰੀ ਹੈ। ਲੇਕਿਨ ਇਹਦਾ ਕਹਿਣਾ ਹੈ ਕਿ ਪੂਰਾ ਜਿਹੜਾ ਮੋਹਾਲੀ ਜ਼ਿਲ੍ਹੇ ਦਾ ਇਹਨਾਂ ਨੇ ਰੂਟ ਤਿਆਰ ਕੀਤਾ ਹੈ। ਇੱਥੋਂ ਸ਼ੁਰੂਆਤ ਕਰਨ ਤੋਂ ਬਾਅਦ ਸਿੱਧਾ ਸੁਹਾਣੇ ਗੁਰਦੁਆਰੇ ਸਾਹਿਬ ਤੇ ਉਸ ਤੋਂ ਬਾਅਦ 3B2 ਬੈਸਟੈਕ ਮਾਲ, ਇਹ ਪੂਰਾ ਜਿਹੜਾ ਮੋਹਾਲੀ ਦਾ ਪੂਰਾ ਇੱਕ ਰੋਸ ਪ੍ਰਦਰਸ਼ਨ ਕਰਕੇ ਗੱਡੀਆਂ 'ਚ ਦੇ ਜਿਹੜੇ ਹੋਰ ਜਿਹੜੇ ਟਰੈਕਟਰ ਟਰਾਲੀਜ਼ ਤੇ ਉੱਥੇ ਇਹ ਪੂਰਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਇਹਨਾਂ ਨੇ ਪੂਰੀ ਰੈਲੀ ਜਿਹੜੀ ਹੈ ਉਹ ਕੱਢਣੀ ਹੈ। ਹਾਲਾਂਕਿ ਥੋੜੀ ਦੇਰ ਤੱਕ ਇੱਥੇ ਇਕੱਠ ਹੋਣ ਵਾਲਾ ਹੈ। 10:30 ਵਜੇ ਦਾ ਇਹਨਾਂ ਨੇ ਟਾਈਮ ਦਿੱਤਾ ਸੀਗਾ ਤੇ ਹੌਲੀ ਹੌਲੀ ਜਿਹੜੇ ਹੁਣ ਲੋਕੀ ਨੇ, ਜਿਹੜੇ ਨੌਜਵਾਨ ਨੇ, ਉਹ ਹੁਣ ਇਕੱਠ ਹੋ ਰਹੇ ਨੇ। ਕਿਉਂਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ 6 ਮਹੀਨੇ ਪੂਰੇ ਹੋ ਚੱਲੇ ਨੇ। ਬਲੈਕ ਡੇ ਜਿਹੜਾ ਹੈ, ਕਾਲਾ ਦਿਵਸ ਮਨਾਉਣ ਦੀ ਜਿਹੜੀ ਗੱਲ ਕੀਤੀ ਗਈ ਸੀ, ਕਿਤੇ ਨਾ ਕਿਤੇ ਰੋਸ ਜ਼ਰੂਰ ਹੈ। ਲੇਕਿਨ ਸਾਫ਼ ਤੌਰ ਤੇ ਇਹ ਗੱਲ ਸਾਹਮਣੇ ਹੈ ਕਿ ਰੋਡ ਜਾਮ ਜਿਹੜਾ ਅਸੀਂ ਨਹੀਂ ਕਰਨਾ ਹੈ, ਰੋਡਾਂ ਤੇ ਅਸੀਂ ਜਾਮ ਨਹੀਂ ਲਾਣਾ। ਸਿਰਫ ਅਸੀਂ ਇਹ ਜਿਹੜੇ ਕਾਲੇ ਝੰਡੇ ਆ ਇਹ ਲੈ ਕੇ ਹੱਥਾਂ 'ਚ, ਆਪਣੀ ਗੱਡੀਆਂ 'ਚ, ਟਰੈਕਟਰ ਟਰਾਲੀਆਂ ਤੇ, ਇਹ ਸਿਰਫ ਅਸੀਂ ਜਾ ਕੇ ਲੋਕਾਂ 'ਚ ਜਿਹੜੀ ਗੱਡੀਆਂ ਤੇ ਪੂਰਾ ਜਿਹੜਾ ਮੋਹਾਲੀ ਜ਼ਿਲ੍ਹਾ ਹੈ ਉਹਨੂੰ ਅਸੀਂ ਕਵਰ ਕਰਨਾ। ਯਾਨੀ ਕਿ ਉੱਥੇ ਇੱਕ ਰੈਲੀ ਜੀ ਕੱਢਣੀ ਹੈ ਸਿੰਘ ਸਾਹਿਬ ਗੁਰਦੁਆਰਾ ਤੋਂ ਲੈ ਕੇ 3B2 ਬੈਸਟੈਕ ਮਾਲ, 10 ਫੇਜ਼, ਇਹ 9 ਫੇਜ਼ ਤੋਂ ਹੁੰਦੇ ਹੋਏ 7 ਫੇਜ਼ ਮਟੌਰ, ਇਹ ਸਾਰਾ ਜਿਹੜਾ ਹੈ ਇਹ ਪੂਰਾ ਅਸੀਂ ਕਵਰ ਕਰਨਾ ਹੈ। ਕਿਉਂਕਿ ਅੱਜ ਦਾ ਦਿਨ 6 ਮਹੀਨੇ ਪੂਰੇ ਹੋ ਚੱਲੇ ਨੇ, ਜਿਹਨੂੰ ਲੈ ਕੇ ਹੁਣ ਲਗਾਤਾਰ ਜਿਹੜੇ ਕਿਸਾਨ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਬੈਠੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ। ਇਹ ਸਾਰਾ ਜਿਹੜਾ ਹੁਣ ਇਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ, ਜਿਹੜਾ ਪ੍ਰੋਟੈਸਟ ਹੈ, ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ। ਥੋੜੀ ਦੇਰ ਤੱਕ ਤੁਸੀਂ ਵੇਖੋਗੇ ਇੱਥੇ ਜਿਹੜਾ ਇਕੱਠ ਹੋਇਆ ਉਹ ਹੋਣ ਵਾਲਾ ਹੈ, ਜਿੱਥੇ ਕਰਕੇ ਹੁਣ ਹਾਲਾਂਕਿ ਥੋੜੀ ਦੇਰ ਬਾਅਦ ਇੱਥੋਂ ਬਾਗੋ ਮਾਜਰਾ ਜਿਹੜਾ ਟੋਲ ਪਲਾਜ਼ਾ ਹੈ ਉੱਥੇ ਵੀ ਜਸ ਬਾਜਵਾ ਤੇ ਹੋਰ ਜਿਹੜੇ ਕਿਸਾਨ ਜਥੇਬੰਦੀ ਹੈ ਉਹ ਵੀ ਇਕੱਠ ਹੋ ਰਹੇ ਨੇ। ਕਾਲੇ ਝੰਡੇ ਲੈ ਕੇ ਜਿਹੜਾ ਆਪਣਾ ਪ੍ਰਦਰਸ਼ਨ ਹੈ, ਜਿਹੜੀ ਆਪਣੀ ਸ਼ਕਤੀ ਹੈ ਉਹ ਦਿਖਾਉਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਹੌਲੀ ਹੌਲੀ ਇੱਥੇ ਇਕੱਠ ਹੋ ਰਿਹਾ ਹੈ। ਜੇ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਰਹੇ, ਖਰੜ ਦੀ ਜ਼ਿਲ੍ਹੇ ਗੱਲ ਕਰ ਰਹੇ, ਲਾਂਡਰਾ ਇੱਥੇ ਟੀ ਪੁਆਇੰਟ ਤੇ ਅਸੀਂ ਖੜੇ ਹਾਂ। ਗੌਰਵ, ਤਾਂ ਅਲੱਗ-ਅਲੱਗ ਥਾਵਾਂ ਦੇ ਉੱਤੇ ਪ੍ਰੋਗਰਾਮ ਪੂਰਾ ਉਲੀਕਿਆ ਗਿਆ ਕਿ ਕਿਸ ਤਰੀਕੇ ਨਾਲ 6 ਮਹੀਨੇ ਪੂਰੇ ਹੋਣੇ ਨੇ ਤੇ ਪ੍ਰਦਰਸ਼ਨ ਕਰੀਏ। ਤੇ ਇਸ ਵਿਚਾਲੇ ਕਿਸਾਨ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡਾ ਇਹ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਤਾਂ ਇਸ ਵਿਚਾਲੇ ਅਸੀਂ ਹੋਰ ਥਾਵਾਂ ਤੋਂ ਵੀ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ। ਲੁਧਿਆਣਾ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਰੋਹਿਤ ਗੌਡ, ਤੇ ਸਾਡੇ ਨਾਲ ਸਿੰਘੂ ਬਾਰਡਰ ਤੋਂ ਸਾਡੇ ਸਹਿਯੋਗੀ रवि मिश्रा जुड़ रहे हैं। पहला सिंघू लेके चलते हैं। रवि, जानना चाहेंगे सिंघू बॉर्डर पर इस समय क्या कुछ स्थिति है, किस तरह से प्रदर्शन आज किए जा रहे हैं? पूरे 6 महीने हो चले हैं
इस प्रदर्शन को, इस आंदोलन को चलते हुए दिल्ली के बॉर्डर्स के ऊपर किसानों को बैठे हुए? रवि, बिल्कुल बता देना चाहूँगा आपको कि इस वक्त मैं सिंघू बॉर्डर पे मौजूद हूँ और आप देख सकते हैं कि सिंघू बॉर्डर पे यहाँ पे पुलिस प्रशासन ने यहाँ पे रास्ता रोक रखा है, बैरिकेडिंग यहाँ पे की गई हुई है। आज किसानों को 6 महीने हो जाएंगे और जिसके उपलक्ष्य में किसानों ने आज काला दिवस मनाने का आह्वान किया है। जगह जगह यहाँ आसपास काले झंडे फहराए जाएंगे, पुतले फूके जाएंगे। आपको बता दूँ 3 तारीख काफ़ी महत्वपूर्ण है। पहली तारीख 26 नवंबर जब इस आंदोलन का आगाज़ हुआ था, दूसरी तारीख 26 जनवरी जिस दिन कहा जा सकता है कि यह आंदोलन थोड़ा बदनाम हुआ था, अंतर्राष्ट्रीय स्तर पर काफ़ी निंदा हुई थी दिल्ली में जो हरकतें की गई। वहीं आज की तारीख यानी 26 मई जो कि 6 महीने पूरे करती है किसान आंदोलन को, तो कहीं ना कहीं काफ़ी महत्वपूर्ण दिन है और किसान विरोध जता रहे हैं। यहाँ पर प्रशासन ने मीडिया कर्मियों को रोक रखा है आगे जाने से, मगर आप देख सकते हैं कि यहाँ पे तमाम जो मीडिया हाउसेस है यहाँ पे मौजूद हैं। आगे जाने की कोशिश की जा रही है। कुछ ही देर में ये रास्ता खोल दिया जाएगा, जैसे कि यहाँ पे जानकारी मिल रही है कि डीसीपी आएंगे और मीडिया को लेकर अंदर जाएंगे। उसके बाद वहाँ पे जो कार्यक्रम है वो शायद हम अपने दर्शकों को दिखा पाएँ। जी राज, कुछ और तस्वीरों के साथ और डिटेल कर दीजिए कि क्या आज पूरा वहां पर प्रोग्राम रहेगा दिन का, और ये भी क्योंकि पिछले कुछ दिनों से हम टिकरी का भी जिक्र कर रहे थे, बहुत बड़ी संख्या में किसानों की तरफ से कूच किया गया। अगर हम सिंघू का भी जिक्र करें, पंजाब के अलग अलग कोनों से और हरियाणा से भी, कितनी बड़ी संख्या में इस समय वहां पर किसान नजर आ रहे हैं। और हाईवेज को लेकर आपके पास क्या कुछ अपडेट है? जो लोग हाईवे पे ट्रेवल इस समय कर रहे हैं और उनके लिए क्या कुछ जानकारी आपके पास? रवि, अगर मेरी आवाज आप तक आ रही है तो जानना चाहेंगे और अपडेट इस पूरे मामले में। हाईवे के बारे में बताइए, जो नेशनल हाईवे है उसको लेकर क्या अपडेट आपके पास है? कितनी संख्या में वहां पर किसान है? कोई आइडिया हो, कोई अंदाजा आप लगा पाए? क्योंकि बहुत बड़ी संख्या में पिछले कुछ दिनों में किसानों की तरफ से कूच किया गया है दिल्ली की तरफ, अलग अलग जगहों से, पंजाब से, हरियाणा से। रवि, अगर मेरी आवाज आप तक पहुंच रही है? बिल्कुल आज बता देना चाहूँगा आपको कि यहाँ सिंघू बॉर्डर की बात करें तो आसपास कई राज्यों से यहाँ पे किसान काफ़ी संख्या में पहुँचे हैं। जो किसान जत्थेबंदियाँ हैं वो लगातार यहाँ पर पहुँच रहे हैं। आपको बता दूँ कि हाईवे जो है पूरी तरीके से आप देख सकते हैं कि यहाँ पे रोक दिया गया है। और पीछे ही जो नज़ारा दिखाना चाहूँगा कि ये आवाजाही करने वाली जो गाड़ियाँ हैं, वाहन है, यहाँ से देखिए पूरे मोड़ दिए जा रहे हैं और ये रास्ता सीधा हाईवे को पीछे बैक साइड से जोड़ता है। जो आने जाने वाले गाड़ियाँ हैं उनको थोड़ा आसानी पहुँचे, इसलिए देखिए यहाँ से रास्ता खोल दिया गया है। ये गांव के भीतर से ये रास्ता वापस हाईवे को कनेक्ट करता है और जो आसपास के लोग हैं जो यहाँ पे रोज़मर्रा की ज़िंदगी में एक स्थान से दूसरे स्थान पे आते जाते हैं, उनको रास्ते में आने जाने के लिए सुचारू रूप से कोई दिक्कत ना हो, तो ये इंतज़ाम यहाँ पे किए गए हैं। यहाँ से ये रास्ता खोल दिया गया है। मगर दूसरी तरफ आपको बता दूं कि ये जो बैरिकेडिंग के पीछे आप नज़ारा देख रहे हैं, यहाँ पे हैवी डिप्लॉयमेंट यहाँ प्रशासन द्वारा किया गया है। किसानों को इस पार आने से रोका गया है और यहाँ पे जो मीडिया कर्मी हैं वो फ़िलहाल अभी अंदर नहीं जा पा रहे हैं। कोशिश की जा रही है कि अंदर जाने की परमिशन मिले। यहाँ पे जो डीसीपी है वो पहुँचेंगे, मगर फ़िलहाल यहाँ पे कुछ ही देर में जो पुतला फूकने की जो कार्यक्रम है वो शुरू हो जाएगा। बुद्ध पूर्णिमा के अवसर पर भी यहाँ पर आज एक कार्यक्रम आयोजित किया गया है। तमाम जो नेता है, शीर्ष नेता है, बुद्ध पूर्णिमा के दिन भगवान बुद्ध को याद करेंगे, पुष्प अर्पण करेंगे, पूजा पाठ करने के बाद वो काले झंडे फहराएंगे और उसके बाद पुतला फूका जाएगा। तकरीबन 3 बजे तक का ये कार्यक्रम है और हर जगह, बात करें दिल्ली सीमाओं की तो टिकरी बॉर्डर, गाजीपुर बॉर्डर, सिंघू बॉर्डर पर तो हर जगह किसान आज जुटे हैं और 6 महीने के उपलक्ष्य में ये विरोध जताया जा रहा है और एक स्वर में किसान कदम से कदम मिलाकर अपनी आवाज़ बुलंद कर रहे हैं। जी राज। बिल्कुल किसानों के वालों आवाज बुलंद की जा रही है। 6 महीने हो चुके ने इस अंदोलन ਨੂੰ दिल्ली ਦੀਆਂ ਬਰੂਹਾਂ ਦੇ ਉੱਤੇ किसान बैठे हुए ਨੇ। ਸਿੱਧਾ ਰੁਕ ਕਰਦੇ ਲੁਧਿਆਣਾ ਲੈ ਕੇ ਚੱਲਦੇ ਹਾਂ। ਲੁਧਿਆਣਾ ਦੇ ਵਿੱਚ ਇਸ ਸਮੇਂ ਕੀ ਕੁਝ ਮਾਹੌਲ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਰੋਹਿਤ ਗੌੜ ਸਾਡੇ ਨਾਲ ਨੇ। ਰੋਹਿਤ, ਜਾਣਨਾ ਚਾਹਾਂਗੇ ਲੁਧਿਆਣਾ ਦੇ ਵਿੱਚ ਕਿੱਥੇ ਤੁਸੀਂ ਇਸ ਸਮੇਂ ਮੌਜੂਦ ਹੋ, ਜਥੇਬੰਦੀਆਂ ਦੇ ਵੱਲੋਂ ਕੀ ਕੁਝ ਪ੍ਰੋਗਰਾਮ ਲਿਖੇ ਗਏ ਨੇ? जी बिल्कुल गौरव, मैं इस वेले लुधियाना के विड़ैच
ਪਿੰਡ ਦੇ ਵਿੱਚ ਮੌਜੂਦ ਹੈਗਾ ਮੈਂ, ਜਿੱਥੇ ਕਿ तमाम ਜਿਹੜੇ ਪਿੰਡ ਵਾਸੀ ਹੈਗੇ ਨੇ ਉਹ ਇਕੱਤਰਿਤ ਹੋਏ ਨੇ ਤੇ ਉਹਨਾਂ ਨੇ ਹੁਣ ਕੁਝ ਦੇਰ ਤੱਕ ਜਿਹੜਾ ਪੁਤਲਾ ਵਾ ਉਹ ਫੂਕਣਾ ਵਾ। ਪਰ ਉਸ ਤੋਂ ਪਹਿਲਾਂ ਕਾਲੀ ਝੰਡੀਆਂ ਤੁਸੀਂ ਦੇਖ ਸਕਦੇ ਹੋ, ਕਾਲੀ ਝੰਡੀਆਂ ਲੈ ਕੇ ਇਹ ਪਿੰਡ ਦੇ ਚੌਂਕ ਦੇ ਵਿੱਚ ਮੌਜੂਦ ਹੈਗੇ ਨੇ ਔਰ ਇਸ ਚੀਜ਼ ਨੂੰ ਲੈ ਕੇ तमाम ਜਿਹੜੇ ਵਿਰੋਧ ਹੈਗੇ ਨੇ ਉਹ ਕੀਤੇ ਜਾ ਰਹੇ ਨੇ। ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਵਿਰੋਧ ਚੱਲ ਰਿਹਾ ਵਾ। ਜੇ ਗੱਲ ਕੀਤੀ ਜਾਵੇ ਦਿੱਲੀ ਰੋਡ ਤੇ ਤਾਂ ਉੱਥੇ ਵੀ ਦੁਰਾਹੇ ਚੱਲ ਰਿਹਾ ਵਾ ਤੇ ਚੰਡੀਗੜ੍ਹ ਰੋਡ ਉੱਤੇ ਕੋਹਾੜੇ ਚੱਲ ਰਿਹਾ ਵਾ। ਜਲੰਧਰ ਰੋਡ ਦੇ ਉੱਤੇ ਜਿਹੜਾ ਵਾ ਲਾਡੋਵਾਲ ਜਿਹੜਾ ਟੋਲ ਪਲਾਜ਼ਾ ਉੱਥੇ ਚੱਲ ਰਿਹਾ ਵਾ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਇੱਧਰਲੇ ਪਾਸੇ ਫਿਰੋਜ਼ਪੁਰ ਰੋਡ ਦੀ ਗੱਲ ਕੀਤੀ ਜਾਵੇ ਤੇ ਪਿੰਡ ਦੇ ਵਿੱਚ ਇਦਾਂ ਦਾ ਵਿਰੋਧ ਦੇਖਣ ਨੂੰ ਮਿਲ ਪਾ ਰਿਹਾ ਵਾ, ਜਿਹੜਾ ਕਿ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਪਾ ਰਹੇ ਕਿ ਕਾਲੇ ਝੰਡੇ ਜਿਹੜੇ ਕਿ ਹਰੇਕ ਘਰ ਦੇ ਬਾਹਰ ਲਗਾਏ ਜਾ ਰਹੇ ਨੇ ਤੇ ਪੁਤਲਾ ਫੂਕ ਜਿਹੜਾ ਅੰਦੋਲਨ ਜਿਹੜਾ ਅੱਜ ਜਿਹੜਾ ਕਾਲਾ ਦਿਵਸ ਹੈ ਉਹ ਮਨਾਇਆ ਜਾ ਰਿਹਾ ਵਾ। ਤੁਸੀਂ ਦੇਖ ਸਕਦੇ ਹੋ ਕਿ ਪੁਤਲਾ ਵੀ ਰੱਖਿਆ ਗਿਆ ਵਾ ਤੇ ਇਸ ਨੂੰ ਕੁਝ ਹੀ ਦੇਰ ਤੱਕ ਇਹਨਾਂ ਜਲਾਇਆ ਜਾਊਗਾ। ਜਿਹੜੇ ਇੱਥੇ ਆਗੂ ਹੈਗੇ ਨੇ ਉਹ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸਰ 6 ਮਹੀਨੇ ਬੀਤ ਚੁੱਕੇ ਨੇ, ਕੀ ਲੱਗਦਾ ਵਾ ਕਿ ਅੱਜ ਦੇ ਕਾਲੇ ਦਿਵਸ ਨੂੰ ਲੈ ਕੇ ਕੀ ਸਰਕਾਰ ਦੇ ਉੱਤੇ ਤੁਸੀਂ ਇੱਕ ਪ੍ਰੈਸ਼ਰ ਬਿਲਡ ਕਰ ਸਕੋਗੇ? ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਤੁਹਾਡਾ ਵਿਰੋਧ ਚੱਲ ਰਿਹਾ ਵਾ ਉਹ ਕਿਤੇ ਨਾ ਕਿਤੇ ਉਹ ਸਫਲ ਹੋ ਪਾਊਗਾ? ਦੇਖੋ ਜੀ, ਚਾਹੇ 6 ਮਹੀਨੇ ਲੰਘ ਗਏ ਚਾਹੇ 6 ਸਾਲ ਲੰਘ ਜਾਣ, ਜਿੰਨਾ ਚਿਰ ਸਨ 24 ਦੇ ਵਿੱਚ ਮੋਦੀ ਸਰਕਾਰ ਜਾਂਦੀ ਨਹੀਂ, ਇਹ ਸਰਕਾਰ ਨੂੰ ਚੱਲਦਾ ਕਰਕੇ ਹੋਰ ਜਿਹੜੀਆਂ ਇਹ ਵਾਅਦੇ ਕਰਨਗੇ ਪਹਿਲਾਂ ਲੋਕਾਂ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ, ਉਹਨਾਂ ਲੋਕਾਂ ਦੀ ਸਰਕਾਰ ਬਣੂਗੀ ਗਾਂ ਨੂੰ ਦੇਸ਼ ਦੇ ਵਿੱਚ। ਜਿਹੜੇ ਤਿੰਨੇ ਕਾਲੇ ਕਾਨੂੰਨ ਰੱਦ ਕਰਨਗੇ ਔਰ ਇਹ ਜਿਹੜੇ ਕਾਲੇ ਕਾਨੂੰਨ ਆ ਉਹ ਜਿਹੜੀ MSP ਆ ਉਹ ਕਿਸਾਨਾਂ ਦੇ ਹੱਕ 'ਚ ਇੱਕ ਕਾਨੂੰਨ ਬਣਾਉਣਗੇ। ਆਪਾਂ ਦੇਖ ਸਕਦੇ ਆ ਕਿ ਜਿਹੜੀ ਵਾਜਪਾਈ ਸਰਕਾਰ ਆ ਉਹਨੇ ਪੋਟਾ ਕਾਨੂੰਨ ਬਣਾਇਆ ਸੀ ਤੇ ਔਰਨਸੌਰੀ ਦੇ ਮਹਿਕਮਾ ਇੱਕ ਦਿੱਤਾ ਸੀ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਵੇਚਣ ਨੂੰ ਲਾਈਆਂ ਸੀ ਭਾਰਤ ਦੀਆਂ, ਪਰ ਉਸ ਤੋਂ ਤੋੜਿਆ ਗਿਆ। ਉਵੇਂ ਜਦੋਂ ਇਹ ਜਿਹੜੀ ਸਰਕਾਰ ਆ ਸਨ 24 ਦੇ ਵਿੱਚ ਮੋਦੀ ਦੀ ਬਦਲੂਗੀ, ਉਵੇਂ ਸਾਰੇ ਜਿਹੜੇ ਕਾਨੂੰਨ ਆ ਇਹਨਾਂ ਨੂੰ ਰੱਦ ਕੀਤਾ ਜਾਊ। ਸਰਕਾਰ ਬਣੂ ਜਿਹੜੇ ਲੋਕਾਂ ਦੇ ਨਾਲ ਪਿੰਡਾਂ ਜਾ ਕੇ ਵਾਅਦੇ ਕਰਨਗੇ। ਜੀ ਬਿਲਕੁਲ ਗੌਰਵ, ਤੁਸੀਂ ਦੇਖ ਸਕਦੇ ਸਾਫ਼ ਤੌਰ ਤੇ ਤਾਂ ਲੁਧਿਆਣਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਅਸੀਂ ਬਾਰ-ਬਾਰ ਕਲੀਅਰ ਕਰ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਵੀ, ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਕੋਈ ਟਰੈਵਲ ਦੇ ਵਿੱਚ ਦਿੱਕਤ ਤਾਂ ਨਹੀਂ। ਤਾਂ ਜਥੇਬੰਦੀਆਂ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਕੋਈ ਵੀ ਰੂਟ ਬਲੌਕ ਨਹੀਂ ਕੀਤੀ ਜਾਏਗੀ, ਸੜਕਾਂ ਨੂੰ ਰੋਡਸ ਨੂੰ ਬਲੌਕ ਕਰਨ ਦਾ ਕੋਈ ਵੀ ਐਲਾਨ ਨਹੀਂ ਹੈ, ਬਲਕਿ ਪ੍ਰਦਰਸ਼ਨ ਹੋਣਗੇ। ਕਿਸੇ ਰੋਡ ਦੇ ਉੱਤੇ ਵੀ ਜੇਕਰ ਕੋਈ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆਇਆ ਤਾਂ ਉਹ ਇੱਕ ਸਾਈਡ ਤੇ ਹੋਏਗਾ, ਯਾਨੀ ਕਿ ਆਵਾਜਾਈ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਣਾ ਹੈ। ਇਹ ਜਥੇਬੰਦੀਆਂ ਦੇ ਵੱਲੋਂ ਸਾਫ਼ ਕੀਤਾ ਗਿਆ ਹੈ। ਬਹੁਤ ਸਾਰੇ ਬੀਸੀ ਜਿਹੜੇ ਰੋਡਸ ਨੇ ਉਹਨਾਂ ਦੇ ਉੱਤੇ ਵੀ ਪ੍ਰਦਰਸ਼ਨ ਹੁੰਦੇ ਹੋਏ ਨਜ਼ਰ ਆ ਸਕਦੇ ਨੇ ਤੇ ਲੁਧਿਆਣਾ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਹਾਲਾਂਕਿ ਇਹ ਵੀ ਸਾਫ਼ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਇਕੱਠ ਨਾ ਹੋਵੇ, ਤਾਂ ਹੀ ਐਲਾਨ ਕੀਤਾ ਗਿਆ ਕਿ ਪਿੰਡਾਂ ਦੇ ਪੱਧਰ ਦੇ ਉੱਤੇ ਹੀ ਜਿਹੜੇ ਪ੍ਰਦਰਸ਼ਨ ਕੀਤੇ ਜਾਣ, ਯਾਨੀ ਕਿ ਹਰ ਪਿੰਡ ਦੇ ਵਿੱਚ ਪ੍ਰਦਰਸ਼ਨ ਹੋਵੇ। ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਪ੍ਰਦਰਸ਼ਨ ਕਰਨ, ਕਾਲੀਆਂ ਝੰਡੀਆਂ ਦਿਖਾਉਣ, ਦੂਜੇ ਪਾਸੇ ਆਪਣੀਆਂ ਗੱਡੀਆਂ ਤੇ ਸਕੂਟਰਸ ਦੇ ਉੱਤੇ, 2 ਵੀਲਰਸ ਦੇ ਉੱਤੇ, 4 ਵੀਲਰਸ ਦੇ ਉੱਤੇ, ਟਰੈਕਟਰਾਂ ਦੇ ਉੱਤੇ ਕਾਲੇ ਝੰਡੇ ਲਹਿਰਾਉਣ। ਇਸ ਦੇ ਨਾਲ ਪਿੰਡਾਂ ਦੇ ਵਿੱਚ ਅਰਥੀ ਫੂਕ ਮੁਜ਼ਾਹਰੇ ਵੀ ਜਿਹੜੇ ਐਲਾਨੇ ਗਏ ਨੇ ਉਹ ਵੀ ਕੀਤੇ ਜਾ ਰਹੇ ਨੇ। ਅੱਜ ਪੂਰੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ 6 ਮਹੀਨੇ ਦਾ ਪੂਰਾ ਇੱਕ ਵਕਫਾ, ਇੱਕ ਲੰਬਾ ਤੁਸੀਂ ਕਹਿ ਸਕਦੇ ਹੋ ਕਿ ਅਰਸਾ ਹੋ ਗਿਆ ਜਥੇਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਦੇ ਨੂੰ। ਤੇ ਇਸ ਵਿਚਾਲੇ ਹਾਲਾਂਕਿ ਹੁਣ ਵੀ ਇਹ ਸਾਫ਼ ਕੀਤਾ ਜਾ ਰਿਹਾ, ਹੁਣ ਵੀ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਕਿ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਇਸ ਕਾਨੂੰਨਾਂ ਨੂੰ ਲੈ ਕੇ ਸਰਕਾਰ ਆਪਣਾ ਫੈਸਲਾ ਨਹੀਂ ਬਦਲਦੀ। ਤਾਂ ਅਸੀਂ ਨਾਲ ਮਹਿਮਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਥਿਤੀ ਕੀ ਹੈ, ਕਿਵੇਂ ਸਰਕਾਰਾਂ ਸੋਚ ਰਹੀਆਂ ਨੇ, ਪੋਲੀਟੀਕਲ ਪਾਰਟੀਆਂ ਕਿਵੇਂ ਸੋਚ ਰਹੀਆਂ ਨੇ ਇਹਨਾਂ ਪੂਰੇ ਪ੍ਰਦਰਸ਼ਨਾਂ ਨੂੰ ਲੈ ਕੇ। ਤੇ ਇਸ ਦੇ ਨਾਲ ਹਰ ਤਸਵੀਰ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ 'ਚ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਕੀ ਅਪਡੇਟ ਹੈ। ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਉਹਨਾਂ ਦੇ ਨਾਲ ਸਾਡੇ ਨਾਲ ਦਿਆਲ ਸਿੰਘ ਸੋਢੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸੋਢੀ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ। ਸੰਘੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਕਾਂਗਰਸ ਤੋਂ ਤੇ ਨਾਲ ਹੀ ਖੇਤੀਬਾੜੀ ਐਕਸਪਰਟ ਵੀ ਜੁੜਨਗੇ, ਜਿਨ੍ਹਾਂ ਤੋਂ ਅਸੀਂ ਇਸ ਕਾਨੂੰਨਾਂ ਨੂੰ ਲੈ ਕੇ, ਇਸ ਅੰਦੋਲਨ ਨੂੰ ਲੈ ਕੇ ਵੀ ਸਥਿਤੀ ਤੇ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਪੂਰੇ ਅੰਦੋਲਨ ਦੇ 6 ਮਹੀਨੇ ਨੂੰ ਦੇਖਿਆ ਜਾਵੇ, ਸਮਝਿਆ ਜਾਵੇ। ਸ਼ੁਰੂਆਤ ਕਰਦੇ ਹਾਂ ਸੋਢੀ ਸਾਹਿਬ ਤੁਹਾਡੇ ਤੋਂ। ਦਿਆਲ ਸਿੰਘ ਸੋਢੀ ਜੀ, ਬੀਜੇਪੀ ਤੋਂ ਸ਼ੁਰੂਆਤ। ਸੋਢੀ ਸਾਹਿਬ ਕਿਵੇਂ ਦੇਖ ਰਹੇ ਹੋ? ਕਿਸਾਨ ਕਹਿ ਰਹੇ ਨੇ ਕਿ ਚਾਹੇ 6 ਮਹੀਨੇ ਹੋ ਜਾਣ ਜਾਂ 6 ਸਾਲ ਹੋ ਜਾਣ, ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਪ੍ਰਦਰਸ਼ਨ ਕਰਾਂਗੇ। ਤੇ ਪੂਰੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਜਿੱਥੇ ਵੀ ਅੱਜ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ, ਅਸਰ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ।
ਦੇਖੋ ਗੌਰਵ ਜੀ, ਬਲੱਡ ਡੇ ਦੇ ਸੰਬੰਧ ਮੈਂ ਦੇ ਪਹਿਲਾਂ ਵੀ ਇਹ ਪ੍ਰੋਗਰਾਮ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਲੋਕਤੰਤਰ ਦੇ ਵਿੱਚ ਹਰ ਸੰਗਠਨ ਨੂੰ, ਹਰ ਅੱਛਾ ਪਾਰਟੀ ਜੀ, ਨੂੰ ਠੀਕ ਹੈ। ਸ਼ਾਂਤਮਈ ਢੰਗ ਦੇ ਵਿੱਚ ਰਹਿ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਤੇ ਦੂਜਿਆਂ ਦੇ ਫਰਜ਼ ਪ੍ਰਤੀ ਅੰਦੋਲਨ ਕਰਨ ਦਾ ਜਿਹੜਾ ਹੈਗਾ ਹੱਕ ਮਿਲਿਆ ਹੋਇਆ ਹੈ। ਲੇਕਿਨ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਕਿਸਾਨ ਸੰਯੁਕਤ ਮੋਰਚੇ ਵੱਲੋਂ PM ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਤੇ ਉਹਦੇ ਵਿੱਚ ਜਿਹੜਾ ਇਹਨਾਂ ਨੇ 26 ਤਰੀਕ ਨੂੰ ਪਹਿਲਾਂ ਜਿਹੜਾ ਪ੍ਰੋਗਰਾਮ ਆਲਰੇਡੀ ਆਪਣਾ ਪਹਿਲਾਂ ਰੱਖਿਆ ਹੋਇਆ ਸੀਗਾ ਉਹ ਇਹਨਾਂ ਨੇ ਕਰਨਾ ਹੈ। ਲੇਕਿਨ ਇਹ ਹੈ ਕਿ ਪਹਿਲਾਂ ਵੀ ਆਪਾਂ ਇਹ ਗੱਲਬਾਤ ਕਰਦੇ ਹਾਂ ਕਿ ਜਿਹੜਾ ਕੋਈ ਵੀ ਮਸਲਾ ਹੈ ਉਹ ਸ਼ਾਂਤਮਈ ਢੰਗ ਦੇ ਨਾਲ ਜਿਹੜੀ ਗੱਲਬਾਤ ਰਾਹੀਂ ਹੱਲ ਹੋਣਾ ਹੈ। ਔਰ ਇਹਨਾਂ ਨੂੰ ਜਿਹੜੀ ਹੈਗੀ ਹੈ, ਚਲੋ ਅੱਜ 26 ਤਰੀਕ ਦਾ ਇਹਨਾਂ ਨੇ ਪ੍ਰੋਗਰਾਮ ਰੱਖਿਆ, ਕਰਨ ਦਾ ਹੱਕ ਵੀ ਬਣਦਾ ਹੈ। ਲੇਕਿਨ ਜਿਹੜੀ PM ਸਾਹਿਬ ਨੂੰ ਚਿੱਠੀ ਲਿਖੀ ਹੈ ਉਹਦੇ ਜਵਾਬ ਦੀ ਵੀ ਇਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ। ਅਸੀਂ ਤਾਂ ਇਸੇ ਆਸ ਨਾਲ ਹੀ ਗੱਲ ਕਰਦੇ ਹਾਂ। ਪਹਿਲੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਆਪਣੀ ਸਟੇਟਮੈਂਟ ਦੇ ਕੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਇਹਨਾਂ ਦਾ ਮਸਲਾ ਹੈ, ਕਿਸਾਨ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਇਹਨੂੰ ਸਿਰੇ ਲਾਉਣ ਲਈ, ਇਹਦਾ ਹੱਲ ਕਰਨ ਲਈ ਵਾਰ-ਵਾਰ ਕੇਂਦਰ ਨੂੰ ਬੇਨਤੀ ਕੀਤੀ ਹੈ। ਔਰ ਕੇਂਦਰ ਵੱਲੋਂ ਵੀ ਇਹੀ ਦੱਸਿਆ ਗਿਆ ਕਿ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹ ਸਾਰੀ ਗੱਲਬਾਤ ਚੱਲ ਰਹੀ ਹੈ ਅੰਦਰ, ਵੀ ਕਿਵੇਂ ਇਹਨੂੰ ਹੱਲ ਕੀਤਾ ਜਾਵੇ, ਕਿਸ ਤਰ੍ਹਾਂ ਗੱਲ ਕੀਤੀ ਜਾਵੇ। ਮਾਹਰਾਂ ਦੇ ਨਾਲ ਵੀ ਗੱਲ ਚੱਲ ਰਹੀ ਹੈ ਤਾਂ ਕਿ ਲੰਮਾ ਨਾ ਚੱਲੇ, 1-2 ਮੀਟਿੰਗਾਂ ਦੇ ਵਿੱਚ ਹੀ ਖਤਮ ਹੋ ਜੇ। ਠੀਕ ਹੈ ਸੋਢੀ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਹੈ, ਤੁਸੀਂ ਆਪਣੀ ਗੱਲ ਰੱਖੀ ਹੈ। ਸਵਾਲ ਤਾਂ ਇਹ ਵੀ ਹੈਗਾ ਨਾ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਪ੍ਰਦਰਸ਼ਨ ਉਹ ਕਰ ਰਹੇ ਨੇ, ਅਸੀਂ ਗੱਲਬਾਤ ਨੂੰ ਤਿਆਰ ਹਾਂ, ਤਾਂ ਫਿਰ ਹੁਣ ਤੱਕ ਚਿੱਠੀ ਦਾ ਜਵਾਬ ਕਿਉਂ ਨਹੀਂ ਆਇਆ? ਸਾਡੇ ਨਾਲ SS ਢਿੱਲੋਂ ਜੀ ਵੀ ਜੁੜ ਚੁੱਕੇ ਨੇ, ਐਗਰੀ ਐਕਸਪਰਟ ਨੇ, ਉਹਨਾਂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਪੂਰੇ ਮਾਹੌਲ ਨੂੰ, ਇਸ ਪੂਰੇ ਅੰਦੋਲਨ ਦੇ 6 ਮਹੀਨਿਆਂ ਨੂੰ। ਮੈਂ ਸੰਘੇੜਾ ਸਾਹਿਬ ਦਾ ਰੁਖ ਕਰਦਾ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ, ਮੈਂ ਤੁਹਾਡੇ ਕੋਲ ਆਉਂਗਾ, ਪਰ ਪਹਿਲਾਂ ਆਮ ਆਦਮੀ ਪਾਰਟੀ ਦਾ ਇੱਕ ਰਿਐਕਸ਼ਨ ਲੈ ਲਈਏ। ਸੰਘੇੜਾ ਸਾਹਿਬ, ਆਮ ਆਦਮੀ ਪਾਰਟੀ ਵੀ ਸਮਰਥਨ ਕਰ ਰਹੀ ਹੈ ਅੱਜ ਦੇ ਇਸ ਪੂਰੇ ਅੰਦੋਲਨ ਨੂੰ, ਜੋ 26 ਮਈ ਦਾ ਦਿਨ ਹੈ, ਜੋ ਐਲਾਨ ਕੀਤਾ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ। ਮੌਜੂਦਾ ਸਥਿਤੀ ਕੀ ਦੇਖਦੇ ਹੋ ਤੁਸੀਂ? ਕਿਵੇਂ ਆਮ ਆਦਮੀ ਪਾਰਟੀ ਇਸ ਨੂੰ ਦੇਖਦੀ ਹੈ? ਕਿਉਂਕਿ 6 ਮਹੀਨੇ ਹੋ ਗਏ ਨੇ, ਗੱਲਬਾਤ ਟੁੱਟੀ ਨੂੰ 4 ਮਹੀਨੇ ਹੋ ਚੁੱਕੇ ਨੇ ਤੇ ਚਿੱਠੀ ਭੇਜੀ ਨੂੰ 4-5 ਦਿਨ ਹੋ ਚੁੱਕੇ ਨੇ। ਕੋਈ ਉੱਥੋਂ ਹੁਣ ਤੱਕ ਅਜਿਹਾ ਪੈਗਾਮ ਨਹੀਂ ਆਇਆ ਜਿਸ ਦੇ ਨਾਲ ਲੱਗ ਰਿਹਾ ਹੋਵੇ ਕਿ ਬਸ ਗੱਲ ਬਣੀ ਲਓ। ਬਿਲਕੁਲ ਗੌਰਵ ਜੀ, ਅਸੀਂ ਪੁਰਜੋਰ ਸਪੋਰਟ ਕਰਦੇ ਹਾਂ ਅੰਦੋਲਨ ਦੀ ਔਰ ਪਹਿਲੇ ਦਿਨ ਤੋਂ ਕਰ ਰਹੇ ਹਾਂ। ਰਾਜ ਸਭਾ ਦੇ ਵਿੱਚ ਵੀ ਅਸੀਂ ਕਿਹਾ ਸੀ ਕਿ ਪ੍ਰੋਪਰ VOTING ਕਰਾਈ ਜਾਵੇ। ਆਵਾਜ਼ ਠੀਕ ਆ ਰਹੀ ਹੈ ਮੇਰੀ? ਇੱਕੋ ਆ ਰਹੀ ਹੈ ਬਹੁਤ ਜ਼ਿਆਦਾ। ਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ, ਬਿਲਕੁਲ ਕਲੀਅਰ ਆ ਰਹੀ ਹੈ। ਅੱਛਾ ਜੀ, ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਜਿੱਦਾਂ ਸੋਢੀ ਸਾਹਿਬ ਗੱਲ ਕਰ ਰਹੇ ਨੇ ਨਾ, ਇਸ ਤੋਂ ਤਾਂ ਲੱਗਦਾ ਹੈ ਵੀ ਬੜੀ ਚਿੰਤਾ ਹੈ ਇਹਨਾਂ ਨੂੰ। ਲੋਕਤੰਤਰ ਦੀ ਗੱਲ ਕਰ ਰਹੇ ਨੇ, ਛੇਤੀ ਨਿਬੇੜਨ ਦੀ ਗੱਲ ਕਰ ਰਹੇ ਨੇ, ਪਰ ਪ੍ਰੈਕਟੀਕਲੀ ਕੁਝ ਵੀ ਨਹੀਂ ਹੈ ਇਹਦੇ ਵਿੱਚ। ਇਹਨਾਂ ਨੇ ਲੋਕਤੰਤਰ ਨੂੰ ਜੋਕਤੰਤਰ ਬਣਾਤਾ ਹੈ। ਜੋਕਾਂ ਬਣ ਗਈਆਂ ਆ। ਜਿਹੜੀ ਸਰਕਾਰ ਹੈ ਇਸ ਵੇਲੇ, ਪ੍ਰਧਾਨ ਮੰਤਰੀ ਜਿਹੜੇ ਨੇ, ਇਹ ਕਿਸਾਨਾਂ ਤੇ, ਕਿਸਾਨੀ ਤੇ ਲੋਕਾਂ ਤੇ ਜੋਕ ਬਣ ਕੇ ਚੰਬੜ ਗਏ ਨੇ। ਇਹ ਖੂਨ ਪੀਣ ਲੱਗ ਗਏ ਨੇ ਲੋਕਾਂ ਦਾ। ਇਹ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਆ, ਉਹਨਾਂ ਨੂੰ ਵਾਪਸ ਲੈਣ ਦਾ ਨਾਂ ਹੀ ਨਹੀਂ ਲੈ ਰਹੇ। ਗੌਰਵ ਜੀ, ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ, ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਆ। ਸਾਲ ਹੋ ਗਿਆ, 5 ਜੂਨ ਨੂੰ ਸਾਲ ਹੋ ਜਾਣਾ। ਇਹਨਾਂ ਨੇ ਪੂਰਾ ਜ਼ੋਰ ਲਾ ਲਿਆ ਐਮਰਜੈਂਸੀ ਦੇ ਵਿੱਚ ਕਾਨੂੰਨ ਜਾਰੀ ਕਰਕੇ, ਲਾਗੂ ਤਾਂ ਕਰ ਨਹੀਂ ਸਕੇ। ਸਾਲ ਹੋ ਗਿਆ, 2 ਸਾਲ ਮੁਲਤਵੀ ਕਰਨ ਨੂੰ ਤਿਆਰ ਨੇ, ਤਾਂ ਇਹਨਾਂ ਨੂੰ ਰੱਦ ਕਰਨ ਦੀ ਕੀ ਹਰਜ ਹੈ? ਕਦੇ ਕਹਿੰਦੇ ਖਾਲਿਸਤਾਨੀ ਤੱਤ ਆ ਗਏ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਮੈਂ ਇੱਕੋ ਹੀ ਗੱਲ 'ਚ ਨਿਬੇੜਾ ਕਰਨਾ ਚਾਹੁੰਦਾ ਆ ਕਿ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ, ਇਹ ਮਿਸਾਲੀਆ ਤੌਰ ਤੇ ਜਾਬਤੇ ਵਾਲਾ ਅੰਦੋਲਨ ਹੈ। ਅਮਰੀਕਾ ਦੇ ਵਿੱਚ ਬਲੈਕ ਲਾਈਫ ਮੈਟਰਸ ਅੰਦੋਲਨ ਚੱਲਿਆ ਸੀ, ਪਿੱਛੇ ਜਿਹੇ ਹੀ ਵਰਲਡ ਵਾਈਡ ਫੈਲਿਆ ਸੀ, ਉਹ ਵੀ ਇਸ ਅੰਦੋਲਨ ਵਾਂਗੂ। ਉੱਥੇ ਗੌਰਵ ਜੀ ਬਹੁਤ ਅੱਗਜਨੀ ਦੀਆਂ ਘਟਨਾਵਾਂ ਹੋਈਆਂ, ਲੁੱਟਮਾਰ ਦੀਆਂ ਘਟਨਾਵਾਂ ਹੋਈਆਂ, ਸਟੋਰ ਸਾੜ ਦਿੱਤੇ ਅਮਰੀਕਾ 'ਚ। ਮੈਂ ਨਹੀਂ ਇੰਨੀ ਸਾੜ ਫੂਕ ਦੇਖੀ, ਪਰ ਕਿਸੇ ਨੇ ਵੀ ਅੰਦੋਲਨਕਾਰੀਆਂ ਤੇ ਇਲਜ਼ਾਮ ਨਹੀਂ ਲਾਇਆ। ਪੁਲਿਸ ਆਪਣਾ ਕੰਮ ਕਰਦੀ ਰਹੀ, ਜਿਹੜੇ ਸਾੜ ਫੂਕ ਕਰਨ ਵਾਲੇ ਸੀ ਉਹਨਾਂ ਨੂੰ ਫੜਦੀ ਵੀ ਰਹੀ ਆ, ਕੇਸ ਵੀ ਬਣਾਉਂਦੀ ਰਹੀ ਆ, ਪਰ ਉਹਨਾਂ ਨੇ ਕਦੇ ਅੰਦੋਲਨਕਾਰੀਆਂ ਤੇ ਨਹੀਂ ਇਲਜ਼ਾਮ ਲਾਇਆ ਵੀ ਤੁਹਾਡੇ ਕਰਕੇ ਸ਼ੁਰੂ ਹੋ ਗਿਆ ਇਹ। ਜਦ ਕਿ ਹੁੰਦਾ ਹੀ ਆ ਅੰਦੋਲਨ 'ਚ ਜਿਹੜੇ ਲੁੱਟ ਖੋਹ ਵਾਲੇ ਵੀ ਫਾਇਦਾ ਉਠਾਉਂਦੇ ਆ। ਇੱਥੇ ਬਿਨਾਂ ਮਤਲਬ ਤੋਂ ਇਹ ਕਿਸਾਨਾਂ ਤੇ ਇਲਜ਼ਾਮ ਲਾਉਂਦੇ ਰਹੇ ਆ। ਕਦੇ ਵਿਚੋਲੀਏ ਕਾ ਅੰਦੋਲਨ ਹੈ ਜੇ, ਕਦੇ ਅੱਤਵਾਦੀ ਆ ਗਏ ਅੱਤਵਾਦੀ ਆ ਗਏ, ਖਾਲਿਸਤਾਨੀ ਆ ਗਏ। ਹਾਂਜੀ, ਠੀਕ ਹੈ। ਆਪਾਂ ਸੰਘੇੜਾ ਸਾਹਿਬ ਇੱਕ ਰਿਐਕਸ਼ਨ ਲੈ ਲਈ। ਮੈਂ ਇੱਕ ਪੁਆਇੰਟ ਦੇ ਉੱਤੇ ਆਉਣ ਦੀ ਕੋਸ਼ਿਸ਼ ਕਰਾਂਗਾ। ਆਪਾਂ ਇੱਕ ਪੁਆਇੰਟ ਤੇ ਆਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਸੰਘੇੜਾ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ ਹੈ। ਇਸ ਵਿਚਾਲੇ ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਏਵਾਲ ਜੀ ਵੀ ਜੁੜ ਚੁੱਕੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਪਰ ਸੋਢੀ ਸਾਹਿਬ ਇੱਕ ਰਿਐਕਸ਼ਨ ਦੇ ਦਿਓ। ਦੇਖੋ, ਵਿਰੋਧੀ ਪਾਰਟੀਆਂ ਇਕਜੁੱਟ ਵੀ ਨੇ ਤੇ ਤੁਹਾਡੇ ਖਿਲਾਫ ਹਮਲਾਵਰ ਵੀ ਨੇ। ਇੱਕੋ ਗੱਲ ਵਾਰ-ਵਾਰ ਪੁੱਛਦੇ ਨੇ ਕਿ 1 ਸਾਲ ਹੋ ਗਿਆ ਕਾਨੂੰਨ ਤੁਸੀਂ ਲਾਗੂ ਨਹੀਂ ਕਰ ਪਾਏ, 2 ਸਾਲ 1.5 ਸਾਲ 2 ਸਾਲ ਤੁਸੀਂ ਸਸਪੈਂਡ ਕਰਨ ਦੇ ਲਈ ਰਾਜ਼ੀ ਹੋ, ਪਰ ਤੁਸੀਂ ਰੱਦ ਕਰਨ ਦੇ ਲਈ ਕਿਉਂ ਤਿਆਰ ਨਹੀਂ?
सोडी साहब आवाज आ रही है? हेलो 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 सोडी साहब जेकर आवाज आ रही है रिएक्शन दे दो। हाँ जी हुण आ रही है आवाज गौरव जी? हाँ जी थोड़ी आवाज आ रही है, थोड़ी घट आ रही है। तुसी अपनी गल रख दो, लोगों तक उम्मीद है पहुंचेगी। मेरा कहना यह है गौरव जी कि जदों खेती संघर्ष शुरू होया है ते उदों जिहड़ी कल्ली किसानां दी जिहड़ी अपनी डिमांड सी कि इहदे विच जिहड़ियां उन्हां नूं शंके सी सोधा कर दित्तियां जाण और दूजा सीगा कि जिहड़ी MSP है वो लिखती गारंटी दे विच दे दित्ती जावे। लेकिन जदों ये अंदोलन दिल्ली चलिया गया ते उत्थे जाके जिहड़ियां पहलां साडी पार्टी वल्लों कोशिशां दे नाल मीटिंगां होईयां। मैं सोडी साहब ਤੁਹਾਡੇ ਕੋਲ ਵਾਪਸ ਆਉਣਾ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਬਹੁਤ ਕਲੀਅਰ ਆਵਾਜ਼ ਨਹੀਂ ਆ ਰਹੀ, ਸ਼ਾਇਦ ਦਰਸ਼ਕਾਂ ਨੂੰ ਸਮਝਣ ਦੇ ਵਿੱਚ ਮੁਸ਼ਕਿਲ ਹੋ ਰਹੀ ਹੋਵੇ, ਮੈਨੂੰ ਵੀ ਸਮਝ ਨਹੀਂ ਆ ਰਹੀ, ਮੈਨੂੰ ਵੀ ਮੁਸ਼ਕਿਲ ਹੋ ਰਹੀ ਹੈ ਸਮਝਣ ਦੇ ਵਿੱਚ। ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ। ਢਿੱਲੋਂ ਸਾਹਿਬ ਸਾਡੇ ਨਾਲ ਨੇ, ਬੱਲੀਵਾਲ ਸਾਹਿਬ ਸਾਡੇ ਨਾਲ ਨੇ। ਢਿੱਲੋਂ ਸਾਹਿਬ ਤੁਹਾਡਾ ਰਿਐਕਸ਼ਨ ਚਾਹੂੰਗਾ। 6 ਮਹੀਨੇ ਹੋ ਗਏ ਨੇ, ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਤੇ ਹੋਰ ਮਜ਼ਬੂਤੀ ਅੰਦੋਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧਾ ਸਵਾਲ, ਅਸੀਂ ਕੀ ਗਵਾਇਆ ਇਸ 6 ਮਹੀਨਿਆਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿਚਾਲੇ ਤੇ ਕੀ ਹਾਸਲ ਹੋਇਆ ਇਸ ਕਿਸਾਨੀ ਅੰਦੋਲਨ ਦੇ ਵਿਚਾਲੇ? ਕਿਵੇਂ ਦੇਖਦੇ ਹੋ ਤੁਸੀਂ ਇਹਨਾਂ 6 ਮਹੀਨਿਆਂ? ਦੇ ਵਿੱਚ ਆਰਡੀਨੈਂਸਸ ਆਏ, ਕਰੋਨਾ ਉਸ ਵੇਲੇ ਵੀ ਬਹੁਤ ਵੱਡੇ ਲੈਵਲ ਤੇ ਫੈਲ ਰਿਹਾ ਸੀਗਾ ਔਰ ਇਹ ਅੰਦੋਲਨ ਜਿਹੜਾ ਵਾ ਆਲਮੋਸਟ 9 ਮਹੀਨੇ ਤੋਂ ਜ਼ਿਆਦਾ ਹੋ ਗਿਆ ਇਹਨੂੰ ਚੱਲਦਿਆਂ, ਕਿਉਂਕਿ 9 ਅਗਸਤ ਤੋਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਛੋਟੀਆਂ ਦੂਜੀਆਂ ਸਟੇਟਾਂ ਦੇ ਵਿੱਚ ਇੰਡੀਵਿਜੂਅਲ ਲੈਵਲ ਤੇ ਐਜੀਟੇਸ਼ਨ ਜਿਹੜੇ ਚੱਲਦੇ ਰਹੇ ਔਰ 26 ਨਵੰਬਰ ਨੂੰ ਅਲਟੀਮੇਟਲੀ ਜਦੋਂ ਕਿਸਾਨਾਂ ਨੂੰ ਸਰਕਾਰ ਵੱਲੋਂ ਕੋਈ ਵੀ ਪੋਜ਼ਿਟਿਵ ਹੰਗਾਰਾ ਨਹੀਂ ਮਿਲਿਆ ਤਾਂ ਦਿੱਲੀ ਚੱਲੋ ਦਾ ਨਾਰਾ ਲੱਗਾ ਔਰ 26 ਜਿਹੜੀ ਆਪਾਂ ਅੱਜ 6 ਮਹੀਨੇ ਦੀ ਗੱਲ ਕਰ ਰਹੇ ਹਾਂ ਉਹ 26 ਨਵੰਬਰ ਨੂੰ ਜਦੋਂ ਦਿੱਲੀ ਵੱਲ ਨੂੰ ਕਿਸਾਨ ਚਲੇ ਗਏ ਔਰ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਦੂਜੇ ਬਾਰਡਰਸ ਦੇ ਉੱਤੇ ਪੰਜਾਬ ਦਿੱਲੀ ਦੇ ਬਾਰਡਰਸ ਦੇ ਉੱਤੇ ਜਾ ਕੇ ਐਜੀਟੇਸ਼ਨ ਜਿਹੜਾ ਵਾ ਸ਼ੁਰੂ ਹੋਇਆ। ਹੁਣ ਉਸ ਸਮੇਂ ਦੌਰਾਨ ਸਰਕਾਰ ਦੇ ਨਾਲ ਤਕਰੀਬਨ 11 ਮੀਟਿੰਗਸ ਵੀ ਹੋਈਆਂ ਔਰ 26 ਜਨਵਰੀ ਤੋਂ ਬਾਅਦ ਜਿਹੜਾ ਇੱਕ ਐਜੀਟੇਸ਼ਨ ਨੂੰ ਮਤਲਬ ਉਹਦੇ ਵਿੱਚ ਕੁਝ ਐਸੇ ਆਨਸਰ ਆ ਗਏ ਕਿ ਐਜੀਟੇਸ਼ਨ ਜਿਹੜਾ ਵਾ ਉਹ ਦੂਜੀ ਮਤਲਬ ਡਾਇਰੈਕਸ਼ਨ ਵੱਲ ਨੂੰ ਜਾਣ ਦੀ ਵੀ ਹੋਈ, ਲੇਕਿਨ ਕਿਸਾਨ ਲੀਡਰਸ਼ਿਪ ਨੇ ਬੜੇ ਸੁਲਝੇ ਤਰੀਕੇ ਦੇ ਨਾਲ ਉਹ ਸਾਰੇ ਕੁਛ ਨੂੰ ਸਾਂਭ ਲਿਆ ਔਰ ਐਜੀਟੇਸ਼ਨ ਜਿਹੜਾ ਉਹ ਆਪਣੇ ਜਿਸ ਮਕਸਦ ਵਾਸਤੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਉਹ ਉੱਥੇ ਹੀ ਚੱਲਦਾ ਰਿਹਾ। ਲੇਕਿਨ ਇਸ ਦੌਰਾਨ ਸਰਕਾਰ ਜਿਹੜੀ ਆ ਕਾਫੀ ਇਨਸੈਂਸਿਟਿਵ ਨਜ਼ਰ ਆਈ। ਅਖੀਰ ਦੇ ਵਿੱਚ 18 ਮਹੀਨਿਆਂ ਦਾ ਸਸਪੈਂਸ਼ਨ ਦੀ ਗੱਲ ਕੀਤੀ ਜਦੋਂ ਕਿ ਕਿਸਾਨ ਯੂਨੀਅਨਸ ਦੀ ਸ਼ੁਰੂ ਤੋਂ ਹੀ ਇਹ ਡਿਮਾਂਡ ਸੀ ਕਿ ਇਹ ਜਿਹੜੇ 3 ਕਾਨੂੰਨ ਨੇ ਇਹਨਾਂ ਨੂੰ ਵਾਪਸ ਲਿਆ ਜਾਵੇ ਔਰ MSP ਦੀ ਗਰੰਟੀ ਦਿੱਤੀ ਜਾਵੇ। ਮੈਂ ਸਮਝਦਾ ਉਹ ਜਿਹੜਾ MSP ਦੀ ਗਰੰਟੀ ਦੀ ਗੱਲ ਕਰਦੇ ਆ ਕਿ ਜੀ ਪਹਿਲੋਂ ਤੱਕ ਇਹ ਗਰੰਟੀ ਦਾ ਪਾਰਟ ਨਹੀਂ ਹੈ। ਗਰੰਟੀ ਇਸ ਕਰਕੇ ਵੀ ਜ਼ਰੂਰੀ ਬਣ ਜਾਂਦੀ ਸੀ ਕਿਉਂਕਿ ਜਦੋਂ ਪ੍ਰਾਈਵੇਟ ਸੈਕਟਰ ਆਉਂਦਾ ਹੈ ਤੇ ਉਹਦੇ ਉੱਤੇ ਕੋਈ ਨਾ ਕੋਈ ਕਿਸਾਨਾਂ ਨੂੰ ਯਾਨੀ ਕਿ ਕਿਸਾਨ ਕੀ ਸਾਰੀ ਆਮ ਪਬਲਿਕ ਨੂੰ ਸ਼ੱਕ ਹੈ ਕਿ ਪ੍ਰਾਈਵੇਟ ਸੈਕਟਰ ਜਦੋਂ ਆਉਂਦਾ ਆ ਤਾਂ ਉਸ ਵੇਲੇ ਉਹਨਾਂ ਦੇ ਭੱਜਣ ਦਾ ਜਦੋਂ ਵੀ ਉਹਨਾਂ ਨੂੰ ਮੌਕਾ ਲੱਗੇਗਾ ਤੇ ਉਹ ਭੱਜਣਗੇ ਤੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਬਾਈਂਡਿੰਗ ਚਾਹੀਦੀ ਔਰ ਬਾਈਂਡਿੰਗ ਜਿਹੜੀ ਉਹ ਐਕਟ ਰਾਹੀਂ ਹੋ ਸਕਦੀ ਜਿਹੜੀ ਕਿ ਕਿਸਾਨ ਯੂਨੀਅਨਸ ਜਿਹੜੀਆਂ ਡਿਮਾਂਡ ਕਰ ਰਹੀਆਂ ਕਿ MSC ਜਿਹੜੀ ਹੈ ਐਕਟ ਦਾ ਜਿਹੜਾ ਵਾ ਪਾਰਟ ਹੋਣਾ ਚਾਹੀਦਾ ਹੈ। ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਕਰੋਨਾ ਦੇ ਵਿੱਚ ਖਾਸ ਕਰਕੇ ਸਾਡੇ ਸਾਹਮਣੇ ਆਈਆਂ ਨੇ ਕਿ ਪ੍ਰਾਈਵੇਟ ਸੈਕਟਰ ਨੂੰ ਜਦੋਂ ਤੁਸੀਂ ਖੁੱਲ੍ਹ ਦਿਓਗੇ ਤੇ ਉਹ ਕਿਸ ਤਰੀਕੇ ਦੇ ਨਾਲ ਸਿਸਟਮ ਜਿਹੜਾ ਵਾ ਉਹ ਸਾਰਾ ਤਹਿਸ਼ ਨਹਿਸ਼ ਹੁੰਦਾ ਹੈ ਔਰ ਹੈਲਥ ਸਿਸਟਮ ਸਾਡਾ ਜਿਹੜਾ ਵਾ ਇਸ ਵੇਲੇ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਸਾਡਾ ਪਬਲਿਕ ਸੈਕਟਰ ਜਿਹੜਾ ਵਾ ਉਹ ਪ੍ਰਾਈਵੇਟ ਸੈਕਟਰ ਹੈਲਥ ਦੇ ਵਿੱਚ ਆਉਣ ਕਰਕੇ ਪਬਲਿਕ ਸੈਕਟਰ ਉਸ ਤਰੀਕੇ ਨਾਲ ਤਿਆਰ ਹੀ ਨਹੀਂ ਸੀਗਾ ਕਿ ਅਸੀਂ ਕਰੋਨਾ ਦੀ ਜਿਹੜੀ ਬਿਮਾਰੀ ਆ ਉਹਨੂੰ ਚੰਗੀ ਤਰ੍ਹਾਂ ਦੇਖ ਸਕਦੇ। ਸੋ ਇਹ ਡਰ ਜਿਹੜਾ ਵਾ ਉਹ ਸ਼ੁਰੂ ਤੋਂ ਕਿਸਾਨਾਂ ਦਾ ਵਿੱਚ ਸੀਗਾ ਕਿ ਜੇ ਪ੍ਰਾਈਵੇਟ ਸੈਕਟਰ ਆ ਗਿਆ ਤੇ ਇਹ ਜਿਹੜਾ ਵਾ ਸਾਡੀ ਕਿਸਾਨੀ ਜਿਹੜੀ ਆ ਉਹਨੂੰ ਬਹੁਤ ਨੁਕਸਾਨ ਹੋਏਗਾ ਔਰ ਮੈਂ ਸਮਝਦਾ ਕਿ ਬਹੁਤ ਜਾਇਜ਼ ਜਿਹੜਾ ਵਾ ਉਹਦਾ ਡਰ ਹੈ ਕਿਉਂਕਿ ਇਹ ਹਿਸਟਰੀ ਜਿਹੜੀ ਦੱਸਦੀ ਆ ਜਿਹੜੀ ਤੁਸੀਂ ਐਗਰੀਕਲਚਰ ਦੀ ਅਗਰ ਅਮਰੀਕਨ ਐਗਰੀਕਲਚਰ ਨੂੰ ਵੀ ਦੇਖੋ ਤਾਂ ਉੱਥੇ ਇਸ ਤਰੀਕੇ ਦੇ ਲੈਜਿਸਲੇਸ਼ਨਸ ਆਈਆਂ ਔਰ ਜਿਹਦੇ ਨਾਲ ਕਿ ਜਿਹੜੇ ਸਮਾਲ ਫਾਰਮਰ ਸੀਗੇ ਜਿਨ੍ਹਾਂ ਨੂੰ ਉੱਥੇ ਫੈਮਿਲੀ ਫਾਰਮਸ ਕਹਿੰਦੇ ਸੀ ਉਹ ਬਿਲਕੁਲ ਟੋਟਲੀ ਡਿਸਟਰੋਏ ਹੋ ਗਏ। ਚੰਦ ਹੱਥਾਂ ਦੇ ਵਿੱਚ ਸਾਰੀ ਐਗਰੀਕਲਚਰ ਚਲੇਗੀ।
ਸੋ ਇਹ ਸਾਰੇ ਡਰ ਤੋਂ ਕਿਸਾਨਾਂ ਜਿਹੜੇ ਨੇ ਉਹਨਾਂ ਨੇ ਐਜੀਟੇਸ਼ਨ ਕੀਤਾ ਹੈ ਕਿ ਇਹ ਜਿਹੜੇ ਆ ਪ੍ਰਾਈਵੇਟ ਸੈਕਟਰ ਨੂੰ ਇਸ ਤਰੀਕੇ ਦੇ ਨਾਲ ਲੈ ਕੇ ਆਉਣਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਵਾ ਨੁਕਸਾਨ ਕਰੇਗੀ ਐਗਰੀਕਲਚਰ ਨੂੰ, ਇੰਡੀਅਨ ਐਗਰੀਕਲਚਰ ਨੂੰ, ਜਿੱਥੇ ਕਿ ਸਮਾਲ ਫਾਰਮਰਸ ਦੀ ਸਮਾਲ ਤੇ ਮਾਰਜਨ ਫਾਰਮਰਸ ਦੀ ਗਿਣਤੀ ਬਹੁਤ ਜ਼ਿਆਦਾ ਹੈ। 86% ਸਾਡੇ ਜਿਹੜੇ ਫਾਰਮਰਸ ਨੇ ਉਹ ਸਮਾਲ ਤੇ ਮਾਰਜਨ ਫਾਰਮਰਸ ਨੇ ਔਰ 50% ਸਾਡੀ ਪਾਪੂਲੇਸ਼ਨ ਜਿਹੜੀ ਉਹਦੇ ਡਿਪੈਂਡੈਂਟ ਹੈ। ਔਰ ਅਸੀਂ ਡਿਵੈਲਪ ਕੰਟਰੀਜ਼ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਉਂਕਿ ਉੱਥੋਂ ਦੀ ਇੰਡਸਟਰੀ ਡਿਵੈਲਪ ਸੀ, ਉਹਨਾਂ ਨੂੰ ਲੇਬਰ ਦੀ ਲੋੜ ਸੀ ਤੇ ਉਹਨਾਂ ਨੇ ਐਗਰੀਕਲਚਰ ਤੋਂ ਲੋਕ ਕੱਢਣੇ ਸੀ। ਸਾਡੇ ਤੇ ਆਲਟਰਨੇਟਿਵ ਏਮਪਲੋਇਮੈਂਟ ਓਪਰਚੁਨਿਟੀਜ਼ ਵੀ ਨਹੀਂ ਹੈਗੀਆਂ। ਜੇ ਤੁਸੀਂ ਇਸ ਤਰ੍ਹਾਂ ਦੇ ਲੈ ਕੇ ਆਓਗੇ ਤੇ ਨਾ ਲੋਕਾਂ ਨੂੰ ਲੈ ਕੇ ਕਿੱਥੇ ਜਾਓਗੇ, ਇਹ ਸਰਕਾਰ ਸੋਚਦੀ ਨਹੀਂ। ਔਰ ਇੱਕ ਗੱਲ ਹੋਰ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਇਹ ਜੇ ਸੈਂਟਰ ਆਪਣਾ ਸਾਰਾ ਕੁਝ ਹੀ ਕਰ ਦੇਗਾ ਤੇ ਜਿਹੜੀ ਫੈਡਰਲਿਜ਼ਮ ਦਾ ਸਾਰਾ ਕਰੈਕਟਰ ਹੈ ਉਹ ਤਹਿਸ-ਨਹਿਸ ਹੋ ਜਾਏਗਾ। ਸੋ ਇਹ ਸਰਕਾਰ ਨੂੰ ਮਤਲਬ ਚਾਹੀਦਾ ਹੈ ਕਿ ਜੋ ਕਿਸਾਨ ਯੂਨੀਅਨਸ ਕਹਿ ਰਹੀਆਂ ਨੇ ਉਹਨਾਂ ਦੀ ਡਿਮਾਂਡ ਬੜੀ ਜੈਨੂਨ ਆ ਕਿ ਉਹ ਜਿਹੜੀ ਹੈ ਇਹ ਤਿੰਨੇ ਕਾਨੂੰਨ ਵਾਪਸ ਲਵੇ, ਇੱਕ ਆਪਣਾ APMC ਐਕਟ ਨੂੰ ਡਿਸਟਰੋਏ ਨਾ ਕਰੇ, ਇਹ ਸਟੇਟਾਂ ਦੇ ਉੱਤੇ ਛੱਡ ਦੇਵੇ ਕਿ ਉਹਨਾਂ ਨੇ ਆਪਣੀ ਸਟੇਟ ਦੇ ਹਿਸਾਬ ਕਿਤਾਬ ਦੇ ਨਾਲ ਜੋ ਚਾਹਣ ਤਾਂ ਸਟੇਟਾਂ ਕਰ ਲੈਣ। ਸੋ ਇਸ ਕਰਕੇ ਮੈਨੂੰ ਸਮਝਦਾ ਹੈ ਕਿ ਅਸੀਂ ਇਹਦੇ ਚੋਂ ਸਰਕਾਰ ਨੂੰ ਵੀ ਕੁਛ ਨਹੀਂ ਗ੍ਰਹਿਣ ਹੋਇਆ, ਲੇਕਿਨ ਜਿਹੜੀ ਸਿਸਟਮ ਦੇ ਵਿੱਚ ਲੋਕਾਂ ਦੀ ਸਰਕਾਰ ਪ੍ਰਤੀ ਜਿਹੜੀ ਸੋਚ ਆ ਉਹਦੇ ਵਿੱਚ ਚੇਂਜ ਆਈ ਆ, ਉਹਦੇ ਤੇ ਯਕੀਨ ਘਟਿਆ ਆ ਕਿ ਸਰਕਾਰ ਜਿਹੜੀ ਆ ਆਮ ਲੋਕਾਂ ਦੇ ਹੱਕ 'ਚ ਗੱਲ ਨਹੀਂ ਕਰਦੀ, ਕਾਰਪੋਰੇਟ ਸੈਕਟਰ ਜਿਹੜਾ ਉਹਨੂੰ ਸਪੋਰਟ ਕਰ ਰਹੀ ਹੈ। ਔਰ ਇਹਦਾ ਨੁਕਸਾਨ ਜਿਹੜਾ ਵਾ ਉਹ ਸਿਰਫ ਕਿਸਾਨਾਂ ਨੂੰ ਨਹੀਂ ਹੋਣਾ, ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹਦੇ ਨਾਲ ਆਮ ਕੰਜ਼ਿਊਮਰ ਤੇ ਵੀ ਬਹੁਤ ਜ਼ਿਆਦਾ ਫਰਕ ਪੈਣਾ ਕਿਉਂਕਿ ਜਦੋਂ ਪ੍ਰਾਈਵੇਟ ਸੈਕਟਰ ਨੂੰ ਤੁਸੀਂ ਇਹ ਮੈਂ ਸਰ ਤੁਹਾਡੇ ਕੋਲ ਵਾਪਸ ਆਉਣਾ, ਮੈਂ ਤਫਸੀਲ ਨਾਲ ਗੱਲਬਾਤ ਕਰਾਂਗਾ। ਤੁਸੀਂ ਕਾਨੂੰਨਾਂ ਨੂੰ ਲੈ ਕੇ ਬੜੀਆਂ ਬਹੁਤ ਅਹਿਮ ਤੱਥ ਰੱਖੇ ਨੇ ਜੋ ਲੋਕਾਂ ਤੱਕ ਪਹੁੰਚਣੇ ਜ਼ਰੂਰੀ ਨੇ। ਇਨਫੈਕਟ ਆਪਾਂ ਪਿਛਲੇ 6-8 ਮਹੀਨੇ ਤੋਂ ਲਗਾਤਾਰ ਇਹਨਾਂ ਬਾਰੇ ਜ਼ਿਕਰ ਵੀ ਕਰ ਰਹੇ ਹਾਂ, ਚਰਚਾ ਵੀ ਕਰ ਰਹੇ ਹਾਂ। ਪਰ ਇੱਕ ਪੁਆਇੰਟ ਦੂਜਾ ਇਹ ਵੀ ਹੈ ਜਿਹਦੇ ਉੱਤੇ ਆਪਾਂ ਅੱਗੇ ਚਰਚਾ ਕਰਾਂਗੇ ਕਿ ਮੌਜੂਦਾ ਸਮੇਂ 'ਚ ਹੁਣ ਨੈਕਸਟ ਸਟੈਪ ਕੀ ਹੋਵੇ ਤਾਂ ਕਿ ਨਵੇੜੇ ਵੱਲ ਵੀ ਵਧਿਆ ਜਾਵੇ। ਜ਼ਿੰਮੇਵਾਰੀ ਜੇ ਸਰਕਾਰ ਦੀ ਹੈ ਤਾਂ ਜ਼ਿੰਮੇਵਾਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵੀ ਇਸ ਸਮੇਂ ਹੈਗੀ ਹੈ ਕਿ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਜਲਦ ਆਪਣੇ ਘਰਾਂ ਨੂੰ ਜਾਣ। ਇਸ ਕਰਕੇ ਕੋਈ ਵਧੀਆ ਜਿਹੜੀ ਸਟ੍ਰੈਟੇਜੀ ਹੈ, ਕੋਈ ਪਲਾਨ ਆ ਉਹ ਵੀ ਉਹਨਾਂ ਦੇ ਕੋਲ ਜ਼ਰੂਰ ਹੋਣਾ ਚਾਹੀਦਾ ਇਸ ਅੰਦੋਲਨ ਨੂੰ ਸਮਾਪਤੀ ਵੱਲ ਆਪਾਂ ਲੈ ਕੇ ਜਾ ਸਕੀਏ। ਮੈਂ ਸੰਘੇੜਾ ਸਾਹਿਬ ਦਾ ਰੁਖ ਕਰਾਂਗਾ ਪਰ ਉਸ ਤੋਂ ਪਹਿਲਾਂ ਬਲੀਵਾਲ ਸਾਹਿਬ ਸਾਡੇ ਨਾਲ ਨੇ, ਉਹਨਾਂ ਦਾ ਇੱਕ ਛੋਟਾ ਜਿਹਾ ਰਿਐਕਸ਼ਨ। ਬਲੀਵਾਲ ਸਾਹਿਬ ਤੋਂ ਲੱਗਦਾ ਹੈ ਕਿ ਅੱਜ ਦਾ ਪ੍ਰਦਰਸ਼ਨ ਜਦੋਂ ਰੋਡਸ ਨੂੰ ਬਲੌਕ ਨਹੀਂ ਕੀਤਾ ਜਾਣਾ, ਜਦੋਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ, ਜਦੋਂ ਪ੍ਰਦਰਸ਼ਨ ਪੰਜਾਬ ਹਰਿਆਣਾ ਲੈਵਲ ਦੇ ਉੱਤੇ ਜਿੱਥੇ ਵੀ ਜਥੇਬੰਦੀਆਂ ਇਸ ਸਮੇਂ ਕਰ ਰਹੀਆਂ ਨੇ, ਇਹ ਦਬਾਅ ਪਾਉਣ ਦੇ ਵਿੱਚ ਕਾਮਯਾਬੀ ਮਿਲੇਗੀ ਜਥੇਬੰਦੀਆਂ ਨੂੰ ਸਰਕਾਰ ਦੇ ਉੱਤੇ, ਕੇਂਦਰ ਦੀ ਸਰਕਾਰ ਦੇ ਉੱਤੇ ਕਿ ਸਾਡੀਆਂ ਮੰਗਾਂ ਮੰਨੋ, ਸਾਡੀ ਗੱਲ ਮੰਨੋ, ਸਾਡੀ ਗੱਲ ਸੁਣੋ, ਸਾਡੇ ਨਾਲ ਆ ਕੇ ਗੱਲ ਕਰੋ। ਤਾਂ ਲੱਗਦਾ ਕਿ ਉਸ ਵਾਲੇ ਪਾਸੇ ਸਟੈਪ ਹੈ। ਦੇਖੋ ਗੱਲ ਹੈ ਗੌਰਵ ਜੀ ਕਿ ਅੱਜ ਆਪਾਂ ਜਿੰਨੇ ਵੀ ਪੈਨਲਿਸਟ ਬੈਠੇ ਹਾਂ ਸੋਢੀ ਸਾਹਿਬ ਨੂੰ ਛੱਡ ਕੇ ਮੇਰੇ ਹਿਸਾਬ ਨਾਲ ਸਾਰਿਆਂ ਨੇ ਪਹਿਲਾਂ ਤਾਂ ਕਾਲੀਆਂ ਪੱਗਾਂ ਬੰਨ੍ਹ ਕੇ ਬੈਠੇ ਆ ਤੇ ਪੱਗਾਂ ਇਸ ਕਰਕੇ ਬੰਨੀਆਂ ਕਿ ਮੈਨੂੰ ਥੋੜਾ ਕੋਟ ਵੀ ਕਾਲਾ ਲੱਗਦਾ ਪਿਆ ਇਸ ਵੇਲੇ। ਤੇ ਆਪਾਂ ਸਾਰੇ ਜਾਣੇ ਹੀ ਵਿਰੋਧ ਦੇ ਵਿੱਚ ਬੈਠੇ ਆ ਕਿ ਜਿਹੜੇ ਸਾਡੇ ਕਿਸਾਨ ਸਾਡਾ ਅੰਨਦਾਤਾ 6 ਮਹੀਨੇ ਤੋਂ ਦਿੱਲੀ ਦੀਆਂ ਬਾਰਡਰਾਂ ਤੇ 1 ਸਾਲ ਤੋਂ ਜਦੋਂ ਦੇ ਜੂਨ ਮਹੀਨੇ ਤੋਂ ਆਰਡੀਨੈਂਸ ਦੇ ਰੂਪ ਚ ਆਏ ਆ ਉਸ ਤੋਂ ਪੰਜਾਬ ਚੋਂ ਪ੍ਰਦਰਸ਼ਨ ਚੱਲਦਾ ਜਾ ਰਿਹਾ ਵਾ। ਪਰ ਜਿਹੜੀ ਸੈਂਟਰ ਦੀ ਸਰਕਾਰ ਹੈ ਸੁਣਨ ਨੂੰ ਤਿਆਰ ਨਹੀਂ। ਅੱਜ ਦੇ ਦਿਨ ਹੀ 7 ਸਾਲ ਪਹਿਲਾਂ ਨਰਿੰਦਰ ਮੋਦੀ ਹੁਣਾਂ ਨੇ ਸਹੁੰ ਚੁੱਕੀ ਸੀ ਕਿ ਮੈਂ ਸਾਰਿਆਂ ਦਾ ਸਬਕਾ ਸਾਥ ਸਬਕਾ ਵਿਕਾਸ। ਪਰ ਇਸ ਜਿਹੜਾ ਸਭ ਤੋਂ ਵੱਡਾ ਵਿਕਾਸ ਦੇ ਵਿੱਚ ਯੋਗਦਾਨ ਪਾਉਣ ਵਾਲੇ ਕਿਸਾਨ ਹੈ। GDP 'ਚ ਸਭ ਤੋਂ ਵੱਡਾ ਰੋਲ ਇਹ ਕਿਸਾਨ ਨੇ ਅਦਾ ਕੀਤਾ ਹੈ। ਜਦੋਂ ਹਿੰਦੁਸਤਾਨ ਦੀ GDP ਮਾਈਨਸ ਚਲੀ ਗਈ ਸੀ, ਇਕੱਲਾ ਐਗਰੀਕਲਚਰ ਸੀ ਜਿਹਨੇ ਪਲੱਸ 'ਚ ਕੀਤੀ ਆ। ਪਰ ਉਹ ਸੜਕਾਂ ਤੇ ਬੈਠਾ ਤੇ ਪ੍ਰਧਾਨ ਮੰਤਰੀ ਦੀ ਜਿਹੜੇ ਇੱਕ ਫੋਨ ਦੀ ਦੂਰੀ ਤੇ ਸੀ ਉਹ ਹਜੇ ਤੱਕ ਬੋੜੇ ਨਹੀਂ ਹੈਗੇ। ਚਿੱਠੀ ਵੀ ਲਿਖੀ ਗਈ, ਡੈਡਲੌਕ ਵੀ ਤੋੜਿਆ ਗਿਆ, ਪਰ ਉਹਨਾਂ ਵੱਲੋਂ ਹਜੇ ਤੱਕ ਕੋਈ ਮੈਸੇਜ ਨਹੀਂ ਆਇਆ। ਮੈਂ ਤਾਂ ਅਪੀਲ ਕੀਤੀ ਸੀ ਭਾਜਪਾ ਦੇ ਆਗੂਆਂ ਨੂੰ ਵੀ ਕਿ ਤੁਸੀਂ ਉਹ ਮੈਸੇਜ ਜਾਂ ਸੁਨੇਹਾ ਭੇਜ ਦਿਓ ਕਿ ਪ੍ਰਧਾਨ ਮੰਤਰੀ ਦੀ ਮਿਲ ਲੈਣ, ਨਹੀਂ ਮਿਲ ਸਕਦੇ ਜ਼ੂਮ ਮੀਟਿੰਗ ਕਰ ਲੈਣ। ਪਰ ਕੁਝ ਨਹੀਂ ਹੋਇਆ ਕਿਉਂਕਿ ਇਹ ਵਿਰੋਧ ਕੱਲਾ ਆਪਣਾ ਗੌਰਵ ਜੀ ਇਸ ਚੀਜ਼ ਦਾ ਨਹੀਂ ਕਿ ਕਿਸਾਨ ਕਰਦੇ ਪਏ, ਇਹ ਸਿੱਧਾ ਫੈਡਰਲ ਢਾਂਚੇ ਤੇ ਹਮਲਾ ਕੀਤਾ ਸੀ ਉਸ ਵੇਲੇ ਸੈਂਟਰ ਦੀ ਸਰਕਾਰ ਨੇ। ਸੋ ਉਸ ਫੈਡਰਲ ਢਾਂਚੇ ਨੂੰ ਬਚਾਉਣ ਦੇ ਲਈ ਵੀ ਜਿਹੜੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਹ ਇਸੇ ਵਿਰੋਧ ਦੇ ਵਿੱਚ ਇਕੱਠੀਆਂ ਹੋਈਆਂ ਕਿ ਅਸੀਂ ਦੇਸ਼ ਦਾ ਸੰਵਿਧਾਨ ਵੀ ਬਚਾਉਣਾ। ਤੇ ਮੈਂ ਤਾਂ ਇੱਕ ਗੱਲ ਹੋਰ ਕਹਿੰਦਾ ਇਸ ਚੀਜ਼ ਤੋਂ ਉੱਪਰ ਜਾ ਕੇ, ਅਗਰ ਤੁਸੀਂ 2 ਸਾਲ ਲਈ ਅੱਜ ਡੈਫਰ ਕਰਤਾ, ਸਾਲ ਇਸ ਚੀਜ਼ ਨੂੰ ਲਾਗੂ ਨਹੀਂ ਕਰ ਪਾਏ, 3 ਸਾਲ ਦਾ ਸਮਾਂ ਵੈਸੇ ਨਿਕਲ ਗਿਆ, 1 ਸਾਲ 6 ਮਹੀਨੇ ਦਾ ਸਮਾਂ ਬਚ ਰਿਹਾ। ਮੋਦੀ ਸਰਕਾਰ 2024 ਚ ਦੇਖ ਲੇ, ਰੈਫਰੈਂਡਮ ਦੇ ਤੌਰ ਤੇ ਦੇਖ ਲੇ, ਵੋਟਾਂ ਦੇ ਵਿੱਚ ਅਗਰ ਤੁਹਾਨੂੰ ਕਿਸਾਨਾਂ ਨੇ ਵੋਟਾਂ ਪਾਤੀਆਂ ਇਸ ਦੇ ਹੱਕ 'ਚ ਹੋਏ, ਵੋਟ ਤੰਤਰ ਸਭ ਤੋਂ ਸਟਰੋਂਗ ਹੈ ਤਾਂ ਤੁਸੀਂ ਲਾਗੂ ਕਰ ਦਿਓ। ਜੇ ਨਹੀਂ ਕਰ ਪਾਏ ਤਾਂ ਇਹਨੂੰ ਵਾਪਸ ਲੈ ਲਿਓ, ਸਦਾ ਲਈ ਰੱਦ ਕਰ ਦਿਓ। ਇਹੀ ਸਭ ਤੋਂ ਵੱਡਾ ਤੇ ਸੌਖਾ ਤਰੀਕਾ ਹੈ ਇਸ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ। ਅਗਰ ਸਕਾਟਲੈਂਡ
यूके तो ਅੱਡ ਹੋ ਸਕਦਾ ਵੋਟਾਂ ਦੇ ਆਧਾਰ ਤੇ, ਇੱਥੇ ਇਸ ਚੀਜ਼ ਤੇ ਕਿਉਂ ਨਹੀਂ ਕਰਾ ਸਕਦੇ? ਤੁਸੀਂ ਦੱਸੋ, ਜਦੋਂ ਲੋਕੀ ਨਹੀਂ ਚਾਹੁੰਦੇ ਆਪਾਂ ਥੋਪੀ ਜਾਈਏ, ਆਪਾਂ ਹਿਟਲਰਸ਼ਾਹੀ ਵਰਤੀ ਜਾਈਏ, ਤਾਂ ਫਿਰ ਉਸ ਦਾ ਜਵਾਬ ਤਾਂ ਲੋਕ ਮੰਗਦੇ ਆ। ਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਆਰਐਸਐਸ ਤੇ ਬੀਜੇਪੀ ਦੇ ਵਿੱਚ ਵੀ ਇਸ ਚੀਜ਼ ਤੇ ਖੜ ਚੁੱਕੀ ਹੈ ਕਿ ਨਹੀਂ ਭਾਈ, ਇਹਨੂੰ ਕਰੋ ਹੱਲ ਤੋਂ ਹੱਲ। ਮੀਟਿੰਗਾਂ ਹੋ ਜਾਂਦੀਆਂ ਬਾਬੇ ਦੇ ਪਰੋਲ ਦੇਣ ਨੂੰ ਜੇਪੀ ਨੱਡਾ, ਅਮਿਤ ਸ਼ਾਹ ਤੇ ਖੱਟਰ ਦੇ ਵਿੱਚ, ਪਰ ਇਸ ਇਸ਼ੂ ਦੇ ਵਿੱਚ ਹੁੰਦੀ ਨਹੀਂ। ਕਿਉਂ ਨਹੀਂ ਹੁੰਦੀ? ਇਸ ਚੀਜ਼ ਦਾ ਜਵਾਬ ਵੀ ਦੇਣਾ ਪਊਗਾ। ਸੋ ਸਾਡੇ ਲੋਕ ਇਸ ਚੀਜ਼ ਤੇ ਖੜੇ ਨੇ, ਜਿੱਦ ਨੇ। ਅੱਜ ਸਿੰਬੋਲਿਕ ਪ੍ਰਦਰਸ਼ਨ ਹੈ। ਮੇਰਾ ਪਰਿਵਾਰ ਵੀ ਝੰਡਾ ਲਈ ਖਲੋਤਾ, ਮੇਰਾ 6 ਮਹੀਨੇ ਦਾ ਜਵਾਕ ਵੀ ਝੰਡਾ ਲਈ ਖਲੋਤਾ, ਤੇ ਸਾਰੇ ਜਾਣੇ ਖਲੋਤੇ ਆ ਇਸੇ ਵਿਰੋਧ ਦੇ ਵਿੱਚ ਖਲੋਤੇ ਆ ਕਿ ਭਾਈ ਮੋਦੀ ਜੀ ਸਾਡੀ ਗੱਲ ਸੁਣ ਲਓ। ਕਿਉਂਕਿ ਜਿਹੜਾ ਵੀ ਕਿਸਾਨ ਹੈ ਉਹ ਇਸ ਚੀਜ਼ ਦੇ ਨਾਲ ਖੜਾ ਹੈ, ਤੇ ਖੜਾ ਹੈ ਕਿਉਂਕਿ ਜਿਹਦੇ ਕੋਲ 1 ਇੰਚ ਵੀ ਜ਼ਮੀਨ ਹੈ ਉਹ ਕਿਸਾਨਾਂ ਦੇ ਨਾਲ ਖਲੋਤਾ ਹੈ ਇਸ ਗੱਲ ਨੂੰ ਲੈ ਕੇ। ਗੌਰਵ ਜੀ, ਬਹੁਤ ਚੀਜ਼ਾਂ ਨੇ, ਅਸੀਂ ਰੋਜ਼ ਇਸ ਚੀਜ਼ ਤੇ ਗੱਲ ਕਰਦੇ ਹਾਂ। ਸਾਲ ਤੁਹਾਨੂੰ ਵੀ ਡਿਬੇਟ ਕਰਦਿਆਂ ਨੂੰ ਹੋ ਗਿਆ, ਸਾਲ ਮੈਨੂੰ ਵੀ ਹੋ ਗਿਆ, ਰੋਜ਼ ਚੈਨਲਾਂ ਤੇ ਬੈਠ ਕੇ ਇਹਨਾਂ ਨੂੰ ਸਮਝਾਉਂਦਿਆਂ ਨੂੰ। ਪਰ ਜੇ ਇਹ ਸਮਝ ਹੀ ਨਹੀਂ ਆਉਂਦੀ, ਇੱਕ ਜ਼ਿੱਦ ਹੀ ਸੋਚੀ ਹੋਈ ਹੈ ਕਿ ਜ਼ਿੱਦ ਹੈ। ਇਹ 400-500 ਕਿਸਾਨ ਜਿਹੜਾ ਮਰ ਗਿਆ, ਉਹ ਕਿਹੜੀ ਗਲਤੀ ਕਰਕੇ ਮਰਿਆ, ਉਹਦਾ ਜਵਾਬ ਵੀ ਭਾਜਪਾ ਨੂੰ ਦੇਣਾ ਪੈਣਾ। ਅੱਜ ਮਹਾਮਾਰੀ ਦਾ ਦੌਰ ਹੈ, ਪ੍ਰਧਾਨ ਮੰਤਰੀ ਕਹਿੰਦੇ ਆਪਦਾ ਚ ਅਫਸਰ ਲੱਭਣ ਦੀ ਲੋੜ ਨਹੀਂ, ਪਰ ਉਹ ਅਫਸਰ ਤੁਸੀਂ ਖੁਦ ਹੀ ਲਈ ਜਾਂਦੇ ਹੋ। ਅਫਸਰ ਸਭ ਤੋਂ ਪਹਿਲਾਂ ਤੁਸੀਂ ਪੈਦਾ ਕੀਤਾ ਕਿ ਆਪਦੇ ਜਿਹੜੇ ਨਿੱਜੀ ਦੋਸਤ ਨੇ ਉਹਨਾਂ ਨੂੰ ਇਹ ਕਾਨੂੰਨਾਂ ਦੇ ਤਹਿਤ ਕੀ ਕਹਿੰਦੇ ਆ ਫਾਇਦਾ ਮਿਲੇ, ਉਹ ਸਾਡੇ ਇਸ ਜਿਹੜਾ ਤੰਤਰ ਹੈ ਉਸ ਦੇ ਵਿੱਚ ਕਰ ਦੇਣ ਐਂਟਰ। MSP ਦਾ ਲਾਅ ਤੁਸੀਂ ਕਹਿੰਦੇ ਸੀਗੇ ਕਿ 2022 ਤੱਕ ਆਇਆ ਦੁੱਗਣੀ ਕਰੂੰਗਾ, ਆਇਆ ਦੁੱਗਣੀ ਨਹੀਂ ਹੋਈ, ਸਿਰਫ ਔਰ ਸਿਰਫ ਮਹਿੰਗਾਈ ਬੜੀ ਹੈ, ਤੇ ਮਹਿੰਗਾਈ ਦਾ ਬੋਝ ਛੋਟੀ ਜੇਬ ਤੇ ਪਿਆ, ਮੇਰੇ ਤੇ ਵੀ ਪਿਆ। ਜੇ 50 ਰੁਪਏ ਵਧਾਤੇ ਨਾ 30 ਰੁਪਏ ਪੈਟਰੋਲ ਡੀਜ਼ਲ ਤੇ ਵੀ ਵੱਧ ਗਏ, ਉਹ ਵੀ ਕਿਸਾਨ ਦੀ ਜੇਬ ਚੋਂ ਨਿਕਲਦੇ ਆ। DAP ਦਾ ਕੀ ਰੇਟ ਕਰਤਾ, ਉਹ ਵੀ ਉਹਨਾਂ ਦੀ ਜੇਬ ਚੋਂ ਨਿਕਲਦੇ ਆ। ਰਸੋਈ ਗੈਸ ਕਿਸਾਨ ਦੇ ਘਰੇ ਵੀ ਲੱਗਦੀ ਆ, ਉਹਦੇ ਉੱਪਰ ਸਬਸਿਡੀ ਬੰਦ ਕਰਤੀ, ਉਹਦਾ ਵੀ ਜਵਾਬ ਤੁਸੀਂ ਹੋ ਦੇਣਾ, ਕੋਈ ਹੋਰ ਥੋੜਾ ਦਊਗਾ। ਜੇ 300 ਸੀਟਾਂ ਲੈ ਕੇ ਬੈਠ ਗਏ ਹੋ, ਇਸ ਰੈਫਰੈਂਡਮ ਨੂੰ ਹੀ ਮੰਨ ਲਓ ਘੱਟੋ ਘੱਟ। ਆਪਾਂ ਇੱਕ ਮੈਂ ਨਾਲ ਕੋਸ਼ਿਸ਼ ਕਰਾਂਗਾ ਕਿ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਵੀ ਦਿਖਾਵਾਂ। ਬੱਲੀਵਾਲ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਪਰ ਸੋਢੀ ਸਾਹਿਬ ਇੱਕ ਰਿਐਕਸ਼ਨ ਤੁਹਾਡਾ। ਲਗਾਤਾਰ ਹੁਣ ਬੀਜੇਪੀ ਦੇ ਉੱਤੇ ਉਂਗਲ ਉੱਠਦੀ ਹੈ ਤਾਂ ਸਵਾਲ ਤਾਂ ਤੁਹਾਨੂੰ ਹੋਣਗੇ ਹੀ। ਦੇਖੋ, ਕਾਂਗਰਸ ਵੀ, ਆਮ ਆਦਮੀ ਪਾਰਟੀ ਵੀ, ਢਿੱਲੋਂ ਸਾਹਿਬ ਵੀ ਸਾਡੇ ਨਾਲ ਬੈਠੇ ਨੇ, ਔਰ ਲਗਾਤਾਰ ਇਹੀ ਜ਼ਿਕਰ ਹੋ ਰਿਹਾ ਹੈ। ਇਹ ਪਿਛਲੇ 6-8 ਮਹੀਨੇ ਤੋਂ ਹੋ ਰਿਹਾ, ਪਿਛਲੇ 1 ਸਾਲ ਤੋਂ ਹੋ ਰਿਹਾ ਕਿ ਜਿਨ੍ਹਾਂ ਦੇ ਲਈ ਤੁਸੀਂ ਕਾਨੂੰਨ ਬਣਾਏ ਨੇ ਉਹਨਾਂ ਨੂੰ ਪੁੱਛਤਾ ਲਓ, ਉਹਨਾਂ ਨੂੰ ਚਾਹੀਦੇ ਵੀ ਨੇ ਕਿ ਨਹੀਂ ਚਾਹੀਦੇ। ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਦੇਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਹ ਕਾਨੂੰਨ ਚਾਹੀਦੇ ਨੇ, ਉਹ ਜਥੇਬੰਦੀਆਂ ਸਾਹਮਣੇ ਤਾਂ ਲੈ ਆਓ ਨਾ। ਪੰਜਾਬ ਦੀਆਂ ਕਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਆ ਕੇ ਖੜ ਗਈਆਂ, ਹਰਿਆਣਾ ਦੀਆਂ ਕਿਹੜੀਆਂ ਨੇ, ਯੂਪੀ ਦੀਆਂ ਕਿਹੜੀਆਂ ਨੇ, ਲਿਆਓ ਸਾਹਮਣੇ ਲਿਆ ਕੇ ਦੱਸੋ ਨਾ ਕਿ ਹਾਂ ਇਹ ਜਥੇਬੰਦੀਆਂ ਹੈਗੀਆਂ ਨੇ ਤੇ ਪੈਰਲਰ ਹੈਗੀਆਂ ਨੇ ਜਿਹੜੀਆਂ ਸੋ ਰਹੀਆਂ ਨੇ ਕਿ ਸੋਢੀ ਸਾਹਿਬ। ਸੋਢੀ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਦੀ ਆਪਣੇ ਮਹਿਮਾਨਾਂ ਦੇ ਨਾਲ। ਸਾਡੀ ਇਹ ਕੋਸ਼ਿਸ਼ ਹੈ ਲਗਾਤਾਰ ਕਿ ਅਸੀਂ ਹਰ ਪੱਖ ਜਾਣਨ ਦੀ ਕੋਸ਼ਿਸ਼ ਕਰੀਏ, ਤੇ ਦੂਜੇ ਪਾਸੇ ਨਾਲ ਇਹ ਤਸਵੀਰਾਂ ਇਸ ਸਮੇਂ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਨਜ਼ਰ ਆ ਰਹੀਆਂ ਨੇ। ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਧਰਨੇ ਪ੍ਰਦਰਸ਼ਨੀਆਂ ਕਰਾਂਗੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ, ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਵੱਖ-ਵੱਖ ਥਾਵਾਂ ਤੋਂ ਸਾਡੀ ਕੋਸ਼ਿਸ਼ ਹੈ ਟਿਕਰੀ ਔਰ ਗਾਜ਼ੀਪੁਰ ਬਾਰਡਰ, ਜਿਹੜੇ ਹੋਰ ਬਾਰਡਰ ਨੇ ਉਹਨਾਂ ਤੱਕ ਉੱਥੇ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਈਏ। ਮੈਂ ਆਪਣੇ ਮਹਿਮਾਨਾਂ ਦਾ ਰੁਖ ਕਰ ਰਿਹਾ ਸੰਘੇੜਾ ਸਾਹਿਬ। ਕਿਸਾਨੀ ਸੰਘਰਸ਼ ਨੂੰ ਅੱਜ 6 ਮਹੀਨੇ ਪੂਰੇ ਹੋ ਗਏ ਨੇ, ਤੇ ਜਿਹੜੇ ਪੰਜਾਬ ਭਰ ਦੇ ਕਿਸਾਨ ਨੇ ਉਹ ਅੱਜ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰੋਟੈਸਟ ਕਰ ਰਹੇ ਨੇ। ਪਟਿਆਲਾ ਦੇ ਵਿੱਚ ਮੈਂ ਮੌਜੂਦ ਹਾਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਸਾਹਿਬਾਨ ਨੇ ਉਹ ਅੱਜ ਇੱਕ ਰੋਸ ਮਾਰਚ ਕੱਢਣਗੇ। ਮੇਰੇ ਨਾਲ ਗੁਰਧਿਆਨ ਸਿੰਘ ਮੌਜੂਦ ਨੇ, ਕਿਸਾਨ ਆਗੂ ਨੇ, ਉਹਨਾਂ ਨਾਲ ਗੱਲ ਕਰਦੇ। ਗੁਰਧਿਆਨ ਜੀ, ਅੱਜ ਕੀ ਰੋਸ ਮਾਰਚ ਆਪਾਂ ਕਿੱਥੇ-ਕਿੱਥੇ ਕੱਢ ਰਹੇ ਹਾਂ, ਅੱਗੇ ਦਾ ਕੀ ਪ੍ਰੋਗਰਾਮ ਹੈ ਆਪਣਾ? ਦੇਖੋ ਜੀ, ਅੱਜ ਭਾਰਤ ਦੇ ਬਾਰਡਰਾਂ ਤੇ ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਕਿਸਾਨਾਂ ਨੂੰ ਬੈਠਿਆ ਹੋਇਆ 6 ਮਹੀਨੇ ਦੇ ਲਗਭਗ ਹੋ ਗਏ ਨੇ। ਉਹਦੇ ਵਿੱਚ ਸਾਡੇ 500 ਦੇ ਕਿਸਾਨ ਉੱਪਰ ਸ਼ਹੀਦ ਹੋ ਗਏ ਨੇ। ਉਹਨਾਂ ਦੇ ਕਾਰਨ ਦੂਜੇ ਪਾਸੇ ਮੋਦੀ ਸਰਕਾਰ ਨੂੰ ਬਣੀ ਨੂੰ ਵੀ ਅੱਜ 7 ਸਾਲ ਪੂਰੇ ਹੋ ਚੁੱਕੇ ਨੇ। ਕਿਤੇ ਨਾ ਕਿਤੇ 7 ਸਾਲਾਂ ਦੇ ਵਿੱਚ ਸਾਡੇ ਭਾਰਤ ਦੇ ਲੋਕ ਦੁਖੀ ਹੋਏ ਨੇ। ਜਿਹੜਾ ਮਰਜ਼ੀ ਵਰਗ ਦੇਖ ਲਓ, ਜਿੰਨੇ ਵੀ ਅਦਾਰੇ ਦੇਖ ਲਓ, ਇਹਨਾਂ ਨੇ ਕੁਛ ਨਾ ਕੁਛ ਵੇਚ ਚੁੱਕੇ ਨੇ। ਬਚਦੀ ਸਿਰ ਕੱਲੀ ਸਾਡੀ ਜ਼ਮੀਨਾਂ
ਜਾਇਦਾਦਾਂ, ਜਦੋਂ ਇਹ ਬਰਾਨੀਆਂ ਜ਼ਮੀਨਾਂ ਤੇ ਉਸ ਟਾਈਮ ਕੋਈ ਉਹ ਨਹੀਂ ਸੀ, ਹੁਣ ਇਹਨਾਂ ਨੂੰ ਇਹ ਦੇਖਣ ਲੱਗ ਗਈਆਂ, ਹੁਣ ਅੱਜ ਉਹ ਵੀ ਵੇਚਣ ਲੱਗੇ। ਸੋ ਇਸ ਕਰਕੇ ਪੂਰੇ ਭਾਰਤ ਦੇ ਵਿੱਚ ਕਿ ਹਰ ਇੱਕ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਜਿਹੜਾ ਕਾਲੇ ਦਿਵਸ ਦੇ ਤੌਰ ਤੇ ਜਿਹੜੇ ਸਾਡੇ ਕਿਸਾਨਾਂ ਨੂੰ ਅੱਜ 6 ਮਹੀਨੇ ਸੰਘਰਸ਼ ਕਰਨ ਹੋ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਜਿਹੜੇ ਕਿਸਾਨ ਹੀ ਨਹੀਂ ਹੈਗੇ, ਪਿੰਡਾਂ ਦੇ ਵੱਖ-ਵੱਖ ਵਰਗਾਂ ਦੇ ਲੋਕ ਨੇ, ਛੋਟੇ-ਛੋਟੇ ਬੱਚੇ ਨੇਗੇ, ਮਹਿਲਾਵਾਂ ਨੇ ਇੱਥੇ ਜਮ੍ਹਾਂ ਹੋਣੇ ਸ਼ੁਰੂ ਹੋ ਚੁੱਕੇ ਨੇ। ਪਿੱਛੇ ਟਰੈਕਟਰਾਂ ਦੀ ਕਤਾਰ ਲੱਗੀ ਹੋਈ ਹੈ, ਨੌਜਵਾਨ ਆਏ ਹੋਏ ਨੇ, ਬਜ਼ੁਰਗ ਆਏ ਹੋਏ ਨੇ, ਹਰ ਵਰਗ ਦੇ ਜਿਹੜੇ ਲੋਕ ਨੇਗੇ ਇਸ ਜਿਹੜੀ 6 ਮਹੀਨੇ ਹੋਏ ਨੇ ਕਿਸਾਨੀ ਸੰਘਰਸ਼ ਨੂੰ, ਉਹਦੇ ਉੱਪਰ ਜਿਹੜਾ ਪ੍ਰੋਟੈਸਟ ਹੋਣਾ ਉਹ 'ਚ ਸ਼ਾਮਲ ਹੋਣ ਦੇ ਲਈ ਇੱਥੇ ਆਏ ਹੋਏ ਨੇ। ਪਟਿਆਲਾ ਤੋਂ ਕੈਮਰਾਮੈਨ ਅੰਗਰੇਜ਼ ਸਿੰਘ ਦੇ ਨਾਲ। ਵੇਲੇ ਮੈਂ ਅੰਮ੍ਰਿਤਸਰ ਦੇ ਚੱਬਾ ਪਿੰਡ ਦੇ ਵਿੱਚ ਮੌਜੂਦ ਹਾਂ, ਜਿੱਥੇ ਤੁਸੀਂ ਦੇਖ ਸਕਦੇ ਕਿ ਖੇਤਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਡੇਰੇ ਨੇ ਉਸ ਦੀ ਛੱਤ ਦੇ ਉੱਪਰ ਹੈ ਮੈਂ। ਤਾਂ ਛੱਤ ਦੇ ਉੱਪਰ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ। ਇੱਕ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਜੀ ਜੋ ਹੈ ਪਰਿਵਾਰ ਦਾ, ਉਹਨਾਂ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਘਰ ਦੀ ਛੱਤ ਦੇ ਉੱਪਰ ਵੀ ਕਾਲੇ ਝੰਡੇ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਇੱਕ ਸਭ ਤੋਂ ਵੱਖਰੀ ਤਸਵੀਰ ਇਹ ਹੈ ਕਿ ਜੋ ਇਸ ਪਰਿਵਾਰ ਦੇ ਬੱਚੇ ਨੇ ਉਹਨਾਂ ਦੇ ਵੀ ਜੋ ਅਸੀਂ ਕਹਿ ਸਕਦੇ ਹਾਂ ਕਿ ਖਿਲੌਣੇ ਨੇ, ਵਹੀਕਲ ਨੇ, ਉਹਨਾਂ ਦੇ ਉੱਪਰ ਵੀ ਕਾਲੇ ਝੰਡੇ ਲਗਾਏ ਗਏ ਨੇ। ਤਾਂ ਬੱਚੀਆਂ ਹੋਣ, ਬਜ਼ੁਰਗ ਹੋਣ, ਨੌਜਵਾਨ, ਹਰ ਕੋਈ ਨਾਅਰੇਬਾਜ਼ੀ ਕਰਦਾ ਹੋਇਆ ਦਿਖਾਈ ਦੇ ਰਿਹਾ। ਤਾਂ ਸ਼ਾਹ ਸਾਹਿਬ ਅੱਜ ਪੂਰਾ ਪਰਿਵਾਰ ਜੋ ਹੈ ਛੱਤ ਦੇ ਉੱਪਰ ਇਸ ਤਰੀਕੇ ਦੇ ਨਾਲ ਵਿਰੋਧ ਕਰਦਾ ਨਜ਼ਰ ਆ ਰਿਹਾ। ਇਸ ਦਾ ਮਕਸਦ ਕੀ ਹੈ? ਕਿਉਂ, ਕੀ ਸੁਨੇਹਾ ਕੀ ਦੇਣਾ ਚਾਹੁੰਦੇ ਨੇ ਸਾਰੇ ਪਰਿਵਾਰ ਜਾਂ ਬੱਚੇ ਸਰਕਾਰ ਨੂੰ? ਅੱਜ ਅਸੀਂ ਜੋ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਕਾਲੇ ਝੰਡੇ ਲੈ ਕੇ ਅਸੀਂ ਆਪਣੇ ਪਰਿਵਾਰਾਂ ਸਮੇਤ ਆਪਣੇ ਕੋਠਿਆਂ ਦੇ ਤੇ ਝੰਡੇ ਲਾ ਕੇ, ਆਪਣੀਆਂ ਗੱਡੀਆਂ ਤੇ, ਟਰੈਕਟਰਾਂ ਦੇ, ਮੋਟਰਸਾਈਕਲਾਂ ਤੇ ਸਾਰਿਆਂ ਦੇ ਝੰਡੇ ਲਾ ਕੇ ਰੋਸ ਪ੍ਰੋਟੈਸਟ ਕਰ ਰਹੇ ਹਾਂ। ਕਿਉਂਕਿ ਸਾਡੀ ਜਿਹੜੀ ਆ ਇਹ ਜਾਨ ਆਪਣਾ ਜ਼ਿੰਦਗੀ ਆ ਜਿਹੜੀ ਉਹ ਦਾਅ ਤੇ ਲੱਗੀ ਹੋਈ ਆ। ਸਾਡੀਆਂ ਜ਼ਮੀਨਾਂ ਤੇ, ਨਸਲਾਂ ਤੇ, ਫਸਲਾਂ ਦੀ ਲੜਾਈ ਆ। ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਵੱਖ-ਵੱਖ ਥਾਵਾਂ ਦੇ ਉੱਤੇ ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਵਾਰ ਫਿਰ ਤੋਂ ਮਹਿਮਾਨਾਂ ਦਾ ਰੁਖ ਕਰਦੇ, ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਸੋਢੀ ਸਾਹਿਬ, ਜੇਕਰ ਹੁਣ ਆਵਾਜ਼ ਮੇਰੀ ਤੁਹਾਡੇ ਤੱਕ ਪਹੁੰਚ ਰਹੀ ਹੋਵੇ ਤਾਂ ਜਾਣਨਾ ਚਾਹਾਂਗੇ ਤੁਹਾਡਾ ਰਿਐਕਸ਼ਨ। ਆਮ ਆਦਮੀ ਪਾਰਟੀ, ਕਾਂਗਰਸ ਤੁਹਾਡੇ ਉੱਤੇ ਸਵਾਲ ਚੁੱਕ ਰਹੀ ਹੈ, ਵਾਰ-ਵਾਰ ਕਹਿ ਰਹੀ ਹੈ ਕਿ ਲੋਕਾਂ ਨੂੰ ਜਿਹੜੇ ਕਿਸਾਨਾਂ ਦੇ ਲਈ ਤੁਸੀਂ ਕਾਨੂੰਨ ਬਣਾ ਦਿੱਤੇ ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ, ਉਹ ਨਹੀਂ ਚਾਹੁੰਦੇ, ਤਾਂ ਫਿਰ ਤੁਸੀਂ ਕਿਉਂ ਇਸ ਦੇ ਉੱਤੇ ਫੈਸਲਾ ਨਹੀਂ ਲੈਂਦੇ? ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਵੀ ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਕਿ ਜਦੋਂ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਤੇ ਉਦੋਂ ਕਿਸਾਨ ਭਰਾਵਾਂ ਨੇ ਜਿਹੜੀ ਸੀਗੀ ਇਹ ਡਿਮਾਂਡ ਰੱਖੀ ਸੀ ਕਿ ਇਹਦੇ ਵਿੱਚ ਜਿਹੜੀਆਂ ਸਾਡੀਆਂ 3 ਮੱਦਾਂ ਨੇ, ਚਾਹੇ ਉਹ ਐਸਡੀਐਮ ਦੇ ਤੱਕ ਦੀ ਸੀ, ਚਾਹੇ ਉਹ ਐਮਐਸਪੀ ਦਾ ਲਿਖਤੀ ਰੂਪ ਸੀ, ਤੇ ਚਾਹੇ ਉਹ ਜਿਹੜੀ ਕੰਟਰੈਕਟ ਬਾਰੇ ਸੀ, ਉਹਨਾਂ ਗੱਲਾਂ ਨੂੰ ਲੈ ਕੇ ਜਦੋਂ ਦਿੱਲੀ ਅੰਦੋਲਨ ਚੱਲਿਆ ਗਿਆ ਤੇ ਸਾਡੇ ਵੱਲੋਂ ਵੀ ਇਹ ਕੋਸ਼ਿਸ਼ ਹੋਈ ਕਿ ਮੰਤਰੀਆਂ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਕਰਵਾਈ ਜਾਵੇ। ਉਹਦੇ ਵਿੱਚ ਜਿਹੜੀ ਪਹਿਲਾਂ ਸੋਧਾ ਤੱਕ ਗੱਲ ਸੀ ਔਰ ਬਾਅਦ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੱਦ ਕਰਨ ਤੇ ਗੱਲ ਆ ਗਈ। ਲੇਕਿਨ ਸਰਕਾਰ ਨੇ ਬੜੇ ਖੁੱਲੇ ਮਨ ਦੇ ਨਾਲ ਕਿਹਾ ਕਿ ਜੇ ਤੁਹਾਡਾ ਕੋਈ, ਤੁਸੀਂ ਕਹਿੰਦੇ ਹੋ ਕੋਰਟ ਜਾਣ ਤੱਕ ਦੀ ਗੱਲ ਹੈ ਵੀ ਐਸਡੀਐਮ ਤੱਕ ਅਸੀਂ ਜਿਹੜੀ ਹੈਗੇ ਸਾਨੂੰ ਡਰ ਹੈ, ਤੇ ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਚਲੋ ਕੋਰਟ ਤੱਕ ਵੀ ਅਸੀਂ ਤੁਹਾਨੂੰ ਜਿਹੜਾ ਦੇ ਦਿੰਨੇ ਆ। ਜਿਹੜਾ ਕੋਈ ਪ੍ਰਾਈਵੇਟ ਮੰਡੀ ਦੇ ਉੱਤੇ ਟੈਕਸ ਲਾਉਣ ਦੀ ਗੱਲ ਸੀ ਉਹ ਵੀ ਕਹਿ ਦਿੱਤਾ ਕਿ ਅਸੀਂ ਉਹਦਾ ਜਿਹੜਾ ਲਾਇਸੈਂਸ ਵੀ ਬਣਾਵਾਂਗੇ ਔਰ ਉਹ ਤੋਂ ਟੈਕਸ ਵੀ ਲਵਾਂਗੇ ਵਪਾਰੀ ਤੋਂ, ਤਾਂ ਕਿ ਜਿਹੜੀਆਂ ਖੁੱਲੇ ਮਨ ਦੇ ਨਾਲ ਸਰਕਾਰ ਨੇ ਜਿਹੜੀਆਂ ਇਹਨਾਂ ਦੀਆਂ ਕੋਈ ਮੱਦਾਂ ਸੀਗੀਆਂ ਉਹਦੇ ਵਿੱਚ ਹਰ ਗੱਲ ਦੇ ਵਿੱਚ ਚੇਂਜ ਕਰਨ ਦੀ ਗੱਲ ਰੱਖੀ ਔਰ ਮੰਨੀ ਵੀ। ਪਰ ਬਾਅਦ ਦੇ ਵਿੱਚ ਜਿਸ ਤਰ੍ਹਾਂ ਦਾ ਅੰਦੋਲਨ ਕਿਸਾਨ ਭਰਾਵਾਂ ਵੱਲੋਂ ਕਹਿ ਦਿੱਤਾ ਗਿਆ ਕਿ ਕਾਨੂੰਨ ਰੱਦ ਹੀ ਕਰਾਉਣੇ ਆ, ਤੇ ਉਹਦੇ ਲਈ 11 ਮੀਟਿੰਗਾਂ ਵੀ ਹੋਈਆਂ ਤੇ ਚਲੋ ਸਰਕਾਰ ਵੱਲੋਂ ਵੀ ਪ੍ਰਪੋਜ਼ਲ ਰੱਖੀ ਗਈ ਕਿ ਅਸੀਂ ਕਾਨੂੰਨ ਜਿਹੜੇ ਉਹ ਸਸਪੈਂਡ ਕਰ ਦਿੰਦੇ ਆ ਔਰ ਕਮੇਟੀ ਬਣਾ ਦਿੰਦੇ ਆ। ਮਾਨਯੋਗ ਸੁਪਰੀਮ ਕੋਰਟ ਨੇ ਵੀ ਉਹਦੇ ਤੇ ਸਟੇ ਕਰ ਦਿੱਤੀ। ਤੇ ਲੇਕਿਨ ਹੁਣ ਜਿਹੜੀ ਗੱਲ ਹੈ ਉਹ ਤਾਂ ਗੱਲਬਾਤ ਰਾਹੀਂ ਹੱਲ ਹੋਣੀ ਹੈ। ਬਾਕੀ ਜਿਹੜੀ ਕਾਂਗਰਸ ਹੈ, ਕਾਂਗਰਸ ਨੇ ਜਿਹੜੀ ਰਾਜਨੀਤੀ ਪਹਿਲਾਂ ਵੀ ਕੀਤੀ ਆ, ਹੁਣ ਵੀ ਕਰ ਰਹੇ ਨੇ। ਜਿਵੇਂ ਮੇਰੇ ਸਾਥੀ ਬੋਲ ਰਹੇ ਸੀ, ਅਸੀਂ ਤਾਂ ਜਿਹੜਾ ਇਹ ਕਾਨੂੰਨ ਚਲੋ ਕੇਂਦਰ ਸਰਕਾਰ ਲੈ ਕੇ ਆਈ, ਇਹਦੇ ਵਿੱਚ ਕੋਈ ਏਪੀਐਮਸੀ ਐਕਟ ਨੂੰ ਖਤਮ ਕਰਨ ਦੀ ਗੱਲ ਨਹੀਂ ਕੀਤੀ ਗਈ। ਏਪੀਐਮਸੀ ਐਕਟ ਨੂੰ ਕੋਈ ਛੇੜਿਆ ਨਹੀਂ ਗਿਆ। ਲੇਕਿਨ ਜਿਹੜਾ 2019 ਦਾ ਚੋਣ ਮੈਨੀਫੈਸਟੋ ਸੀਗਾ ਕਾਂਗਰਸ ਦਾ, ਉਹਦੇ ਵਿੱਚ ਤਾਂ ਇਹਨਾਂ ਨੇ ਬਿਲਕੁਲ ਪ੍ਰਾਈਵੇਟ ਮੰਡੀ ਦੀ ਵਕਾਲਤ ਕਰਕੇ ਏਪੀਐਮਸੀ ਐਕਟ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਅੱਜ ਕਾਂਗਰਸ ਕਿਸਾਨ ਅਤੈਸ਼ੀ ਖਵਾਉਂਦੀ ਹੈ। ਪੰਜਾਬ ਦੇ ਵਿੱਚ ਵੀ ਜਿਹੜੇ ਕਿਸਾਨਾਂ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਕੀ ਉਹ ਪੂਰੇ ਕਰਤੇ? ਨਹੀਂ, ਪਰ ਸੋਢੀ ਸਾਹਿਬ ਤੁਸੀਂ ਆਪਣੀ ਗੱਲ ਕਰੋ ਨਾ, ਤੁਸੀਂ ਨਹੀਂ ਲੋਕਾਂ ਤੱਕ ਇਹ ਗੱਲ ਪਹੁੰਚਾ ਸਕੇ। ਉਹ ਤਾਂ ਬੀਜੇਪੀ ਨੂੰ ਕਹਿੰਦੇ ਨੇ ਕਿ ਕਿਸੇ ਨੇ ਕੀ ਕੀਤਾ ਨਹੀਂ ਕੀਤਾ ਉਹ ਬਾਅਦ ਦੀ ਗੱਲ ਹੈ, ਪਰ ਬੀਜੇਪੀ ਨੇ ਤਾਂ ਇਸ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ ਨਾ, ਇਸ ਕਰਕੇ ਬੀਜੇਪੀ ਤੇ ਸਵਾਲ ਹੈ। ਚਲੋ ਆਪਾਂ ਤੁਹਾਡੀ ਗੱਲ ਤੇ ਵੀ ਇੱਕ ਰਿਐਕਸ਼ਨ ਲੈ ਲੈਂਦੇ ਹਾਂ। ਬੱਲੀਵਾਲ ਸਾਹਿਬ, ਕੁਝ ਕਹਿਣਾ ਚਾਹੋਗੇ? ਤੁਹਾਡੇ ਕੋਲ ਆਵਾਜ਼ ਪਹੁੰਚੀ ਹੋਏਗੀ ਸੋਢੀ ਸਾਹਿਬ ਦੀ। ਉਹ ਵਾਰ-ਵਾਰ ਇਹੀ ਜ਼ਿਕਰ ਕਰਦੇ ਨੇ ਕਿ ਤੁਹਾਡੇ ਤਾਂ ਮੈਨੀਫੈਸਟੋ 'ਚ ਸੀ
ਤੁਸੀਂ 2014 ਦੇ ਮੈਨੀਫੈਸਟੋ 'ਚ ਜ਼ਿਕਰ ਕਰ ਰਹੇ ਸੀ, ਸਾਡੀ ਸਰਕਾਰ ਬਣੀ ਅਸੀਂ ਲਾਗੂ ਕਰਤੇ, ਹੁਣ ਤੁਸੀਂ ਪਿੱਛੇ ਹਟ ਗਏ। ਬਲੀਵਾਲ ਸਾਹਿਬ। ਗੌਰਵ ਜੀ, ਗੱਲ ਇਹ ਹੈ ਕਿ ਮੈਨੂੰ ਥੋੜੀ ਆਵਾਜ਼ ਪ੍ਰੋਪਰ ਕਲੀਅਰ ਸੁਣੀ ਨਹੀਂ, ਪਰ ਮੈਂ ਮੈਨੀਫੈਸਟੋ ਦੀ ਗੱਲ ਕਰਾਂ, ਸਾਡੇ ਮੈਨੀਫੈਸਟੋ ਦੇ ਵਿੱਚ ਬਿਲਕੁਲ ਸੀ। ਤੇ ਅਗਰ ਕਾਪੀ ਕੈਟ ਜਿਹਨੂੰ ਕਹਿੰਦੇ ਆ ਨਕਲਚੀ ਬਾਂਦਰ, ਜੇ ਨਕਲ ਵੀ ਮਾਰਨੀ ਸੀ ਬੀਜੇਪੀ ਨੂੰ ਕਹੀਦਾ ਕਿ ਅਕਲ ਨਾਲ ਵੱਜਦੀ ਹੁੰਦੀ ਆ, ਤੇ ਇਹਨਾਂ ਨੇ ਤਾਂ ਮੈਨੀਫੈਸਟੋ 'ਚ ਕਿਤੇ ਲਿਖਿਆ ਹੋਇਆ ਦਿਖਾ ਦਿਓ ਕਿ ਇਹ ਕੋਈ ਕਾਨੂੰਨ ਲੈ ਕੇ ਆਉਣਾ। ਤੇ ਸਾਡੇ ਉਸੇ ਮੈਨੀਫੈਸਟੋ 'ਚ 4 ਲੱਖ ਮੰਡੀ ਬਣਾਉਣ ਦੀ ਵੀ ਗੱਲ ਆਖੀ ਗਈ ਸੀ। ਬਣਾਓ ਨਾ ਮੰਡੀ, ਕਿਹੜੀ ਨਵੀਂ ਮੰਡੀ ਬਣਾਈ ਆ? ਨਵੇਂ ਕੋਲਡ ਸਟੋਰੇਜ ਬਣਾਉਣ ਦੀ ਵੀ ਗੱਲ ਆਖੀ ਗਈ ਸੀ, ਦੱਸੋ ਕਿਹੜਾ ਨਵਾਂ ਕੋਲਡ ਸਟੋਰੇਜ ਬਣਿਆ? ਸੋ ਨਵੇਂ ਵੇਅਰ ਹਾਊਸਿੰਗ ਬਣਾਉਣ ਦੀ ਗੱਲ ਕੀਤੀ ਗਈ ਸੀ, ਦੱਸੋ ਕਿਹੜਾ ਨਵਾਂ ਵੇਅਰ ਹਾਊਸਿਸ ਲਈ ਇਹਨਾਂ ਨੇ ਫੰਡਸ ਕ੍ਰੀਏਟ ਕੀਤੇ ਨੇ? ਸੋ ਗੱਲਾਂ ਨੇ, ਨਕਲ ਵੀ ਅਕਲ ਨਾਲ ਵੱਜਦੀ ਹੈ। ਬੀਜੇਪੀ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ, ਠੀਕ ਆ ਸਾਡਾ ਕਾਪੀ ਕੈਟ ਕਰੀ ਚੱਲੋ, ਪਰ ਨੀਅਤ ਵੀ ਹੋਣੀ ਚਾਹੀਦੀ ਆ। ਅਸੀਂ 2012 ਜਦੋਂ ਯੂਪੀਏ ਗਵਰਨਮੈਂਟ ਸੀ ਗੌਰਵ ਜੀ, ਅਸੀਂ ਕੀ ਕਹਿੰਦੇ ਆ ਲੈਂਡ ਐਕੁਜੀਸ਼ਨ ਬਿੱਲ ਵੀ ਲੈ ਕੇ ਆਏ ਸੀਗੇ। ਉਹਦੇ 'ਚ 4 ਗੁਣਾ ਵੱਧ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਸੀ ਅਗਰ ਕੋਈ ਐਕਵਾਇਰ ਕਰਦੀ ਸੀ ਲੈਂਡ। ਨਰਿੰਦਰ ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਆ ਕੇ ਤਾਂ ਉਹ ਬਿੱਲ ਬਦਲਿਆ, ਉਹਦੇ 'ਚ ਅਮੈਂਡਮੈਂਟ ਕੀਤੀ ਆ। ਅੱਜ ਹੁਣ ਜਿੱਥੇ ਜੰਮੂ ਕਟੜਾ ਹਾਈਵੇ ਦੇ ਤੇ ਬਾਕੀ ਜਗ੍ਹਾ ਦੀ ਲੈਂਡ ਐਕਵਾਇਰ ਹੋ ਰਹੀ ਆ, ਸਾਡੇ ਕਿਸਾਨ ਉਹਦਾ ਵੀ ਵਿਰੋਧ ਕਰ ਰਹੇ ਆ, ਉਹਦੀ ਵੀ ਐਡੀਸ਼ਨ ਕਰ ਦੇਣੀ ਚਾਹੀਦੀ ਕਿ ਉਹ ਵੀ ਅਮੈਂਡ ਕਰਾਉਣਾ ਚਾਹੀਦਾ। ਇਹ ਕਹਿੰਦੇ ਆ ਕਿ ਕਿਸਾਨਾਂ ਦੀਆਂ ਗੱਲਾਂ ਮੰਨੀਆਂ, ਦੂਜਾ ਤੀਜਾ ਕੀਤਾ, ਮੰਨੀਆਂ ਤੇ ਇੰਪਲੀਮੈਂਟ ਕੀ ਕੀਤਾ ਤੁਸੀਂ? ਇੰਪਲੀਮੈਂਟ ਕੋਈ ਜ਼ਮੀਨ ਤੇ ਨਹੀਂ ਦਿਖਿਆ ਹੈਗਾ। ਅੱਜ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰਦੀ ਹੈ ਕਿ ਕਿਸਾਨ ਸਭ ਤੋਂ ਵੱਡੀ ਸਾਡੀ ਆਬਾਦੀ ਹੈ ਤੇ ਸਾਡੀ ਜੀਡੀਪੀ 'ਚ ਸਭ ਤੋਂ ਵੱਡਾ ਹਿੱਸਾ ਕਿਸਾਨੀ ਦਾ ਹੈ, ਤੇ ਹਿੰਦੁਸਤਾਨ ਦੀ ਸ਼ਾਨ ਇਸੇ ਕਰਕੇ ਹੈ ਕਿਉਂਕਿ ਕਿਸਾਨ ਇਹਦੀ ਸ਼ਾਨ ਹੈ, ਤੇ ਕਿਸਾਨੀ ਸ਼ਾਨ ਪੂਰੇ ਵਿਸ਼ਵ 'ਚ ਦਿਖ ਰਹੀ ਹੈ। ਸਭ ਤੋਂ ਅਗਰ ਅਮਰੀਕਾ, ਕੈਨੇਡਾ, ਬਾਕੀ ਜਗ੍ਹਾ ਵੀ ਕਿਸਾਨੀ ਪ੍ਰਫੁੱਲਤ ਕੀਤੀ, ਉਹ ਪੰਜਾਬ ਦੇ ਕਿਸਾਨ ਤੇ ਹਿੰਦੁਸਤਾਨ ਦੇ ਕਿਸਾਨ ਨੇ ਜਾ ਕੇ ਕੀਤੀ ਆ, ਦੂਜਿਆਂ ਨੇ ਨਹੀਂ ਕੀਤੀ। ਜਿੱਥੋਂ ਤੱਕ ਕੇਜਰੀਵਾਲ ਸਾਹਿਬ ਤੇ ਅਕਾਲੀ ਦਲ ਦੀ ਗੱਲ ਮੈਂ ਹੁਣ ਕਰਦਾ, ਇਹ ਕਾਨੂੰਨਾਂ ਲਈ ਸਭ ਤੋਂ ਵੱਡਾ ਦੋਸ਼ੀ ਹੈ ਅਕਾਲੀ ਦਲ। ਜਿੱਦਣ ਆਰਡੀਨੈਂਸ ਪੇਸ਼ ਹੋ ਰਹੇ ਸੀ ਕੈਬਨਿਟ ਮੀਟਿੰਗ ਤੋਂ ਪਹਿਲਾਂ, ਅਗਰ ਅਕਾਲੀ ਦਲ ਇਸ ਦਾ ਵਿਰੋਧ ਕਰ ਦਿੰਦਾ, ਇਹ ਅੱਜ ਕਾਲਾ ਦਿਨ ਸਾਨੂੰ ਦੇਖਣਾ ਹੀ ਨਾ ਪੈਂਦਾ। ਸਭ ਤੋਂ ਵੱਡਾ ਦੋਸ਼ੀ ਅਕਾਲੀ ਦਲ ਹੈ। ਅਕਾਲੀ ਦਲ ਹਰਸਿਮਰਤ ਬਾਦਲ ਹੈ, ਸੁਖਬੀਰ ਸਿੰਘ ਬਾਦਲ ਹੈ। ਘਰ ਦੇ ਬਾਹਰ ਝੰਡੇ ਲਾਤੇ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਕਿਉਂਕਿ ਇਹਨਾਂ ਦੇ ਸ਼ਾਹੀ ਨਾਲ, ਉਹ ਕਾਲੀ ਸ਼ਾਹੀ ਨਾਲ ਹੱਥ ਲਿਬੜੇ ਹੋਏ ਆ। ਦੂਜੀ ਗੱਲ, ਕੇਜਰੀਵਾਲ ਸਾਹਿਬ ਪੰਜਾਬ ਤਾਂ ਆ ਕੇ ਪ੍ਰਦਰਸ਼ਨ ਕਰ ਜਾਂਦੇ ਆ, ਰੈਲੀ ਕਰ ਜਾਂਦੇ ਆ ਬਾਘਾ ਪੁਰਾਣਾ, ਪਰ ਦਿੱਲੀ ਦੇ ਵਿੱਚ ਕੋਈ ਰੈਲੀ ਦਿਖੀ ਕੇਜਰੀਵਾਲ ਸਾਹਿਬ ਵੱਲੋਂ? ਕਿ ਦਿੱਲੀ ਦੇ ਵਿੱਚ ਵੀ ਐਸੈਂਸ਼ੀਅਲ ਕਮਿਊਨਿਟੀ ਐਕਟ ਦਾ ਕਿੰਨਾ ਵੱਡਾ ਅਸਰ ਪੈਣਾ ਵਾ, ਉੱਥੇ ਲਾਗੂ ਵੀ ਕਰਤਾ ਇਹਨਾਂ ਨੇ, ਪਰ ਉੱਥੇ ਨਹੀਂ ਦਿਖੂਗਾ ਕਿ ਕੇਜਰੀਵਾਲ ਕੇ ਹਾਂ ਸੜਕਾਂ ਤੇ ਫਿਰਦਾ ਪਿਆ, ਬਾਕੀ ਚੀਜ਼ਾਂ ਲਈ ਆ ਵਿਰੋਧ ਕਰਦਾ। ਉਸ ਅਸੈਂਬਲੀ ਨੇ ਹਜੇ ਤੱਕ ਇਸ ਦੇ ਨਿੰਦਾ ਪ੍ਰਸਤਾਵ ਵੀ ਨਹੀਂ ਲੈ ਕੇ ਆਏ ਦਿੱਲੀ ਦੀ ਅਸੈਂਬਲੀ ਦੇ ਵਿੱਚ, ਤੇ ਹੋਰ ਇਹ ਕੀ ਕਰਨਗੇ? ਤੀਜੀ ਗੱਲਾਂ ਬਥੇਰੀਆਂ ਨੇ ਗੌਰਵ ਜੀ, ਆਪਾਂ ਰਿੜਕੀ ਜਾਈਏ, ਹੱਲ ਸਿਰਫ ਇੱਕੋ ਹੈ ਕਿ ਇਹ ਕਾਨੂੰਨ ਰੱਦ ਕਰਨੇ ਪੈਣਗੇ। ਕਾਂਗਰਸ ਪਾਰਟੀ ਦੇ ਨਾਲ 12 ਪਾਰਟੀਆਂ, ਜਿਹਦੇ ਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਬਾਕੀ ਲੋਕ ਨੇ ਤੇ 4 ਮੁੱਖ ਮੰਤਰੀ ਨੇ, ਉਹ ਇਹ ਗੱਲ ਦੀ ਤਸਦੀਕ ਕਰਦੇ ਆ ਕਿ ਇਹ ਕਾਨੂੰਨ ਗਲਤ ਨੇ। ਬਲੀਵਾਲ ਸਾਹਿਬ, ਚਲੋ ਠੀਕ, ਆਪਾਂ ਇੱਕ ਰਿਐਕਸ਼ਨ ਲੈ ਲਈ ਨਾ, ਪਰ ਜ਼ਿਕਰ ਇਹ ਵੀ ਹੁੰਦਾ ਹੈ ਕਿ ਕਾਂਗਰਸ, ਪੰਜਾਬ ਕਾਂਗਰਸ ਨੇ ਆਪਣੇ ਪੱਧਰ ਤੇ ਕੀ ਕਰਿਆ, ਬੀਜੇਪੀ ਇਹ ਵੀ ਸਵਾਲ ਚੁੱਕਦੀ ਹੈ, ਵਿਰੋਧੀ ਪਾਰਟੀਆਂ ਵੀ ਚੁੱਕਦੀਆਂ ਨੇ। ਸੰਘੇੜਾ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸੰਘੇੜਾ ਸਾਹਿਬ, ਦੇਖੋ ਆਮ ਆਦਮੀ ਪਾਰਟੀ ਦੇ ਵੱਲੋਂ ਬੇਸ਼ੱਕ ਹਮਾਇਤ ਕਰ ਦਿੱਤੀ ਗਈ, ਬਹੁਤ ਸਾਰੇ ਬਿਆਨ ਆ ਗਏ ਤੁਹਾਡੇ ਵੱਡੇ ਲੀਡਰਾਂ ਦੇ ਵੀ, ਪਰ ਦੂਜੇ ਪਾਸੇ ਕਾਂਗਰਸ ਦਾ ਸਵਾਲ ਚੁੱਕਦੀ ਹੈ। ਸਵਾਲ ਉਸ ਬਿੱਲ ਨੂੰ ਲੈ ਕੇ ਵੀ ਜਿਸ ਨੂੰ ਲਾਗੂ ਕਰਵਾਉਣ ਦੇ ਇਲਜ਼ਾਮ ਨੇ ਕਿ ਤੁਸੀਂ ਤਾਂ ਹੀ ਲਾਗੂ ਕਰਵਾ ਦਿੱਤਾ। ਮੈਂ ਬਲੀਵਾਲ ਸਾਹਿਬ ਤੁਹਾਡੇ ਕੋਲ ਆਉਂਗਾ। ਸੰਘੇੜਾ ਜੀ, ਜਗਤਾਰ ਜੀ। ਗੌਰਵ ਜੀ, ਬਲੀਵਾਲ ਸਾਹਿਬ ਜਿਹੜੇ ਆ ਚਿੱਟਾ ਝੂਠ ਬੋਲ ਰਹੇ ਆ, ਸ਼ਰਮਨਾਕ ਗੱਲ ਹੈ। ਮੈਂ ਕਹਿੰਦਾ ਮੁੱਦੇ ਤੇ ਗੱਲ ਰੱਖੋ ਬਲੀਵਾਲ ਜੀ। ਮੈਂ ਤੁਹਾਡਾ ਸਤਿਕਾਰ ਕਰਦਾ ਸੀ ਥੋੜਾ ਬਹੁਤ, ਪਰ ਤੁਸੀਂ ਚਿੱਟਾ ਝੂਠ ਬੋਲਣਾ ਸ਼ੁਰੂ ਕਰਤਾ ਭਾਰਤੀ ਜਨਤਾ ਪਾਰਟੀ ਵਾਂਗੂ। ਅਸੀਂ ਗੌਰਵ ਜੀ ਕੋਈ ਦਿੱਲੀ 'ਚ ਕਾਨੂੰਨ ਲਾਗੂ ਨਹੀਂ ਕੀਤਾ, ਕਾਨੂੰਨਾਂ ਤੇ ਸਟੇ ਹੈ, ਔਰ ਜੇ ਸਟੇ ਨਹੀਂ ਹੈ ਤਾਂ ਕਾਨੂੰਨ ਦੇ ਵਿੱਚ ਇੱਕ ਮੱਦ ਹੈ, ਲਾਸਟ ਮੇਰੇ ਸਾਹਮਣੇ ਕਾਨੂੰਨ ਦੀਆਂ ਕਾਪੀਆਂ ਪਈਆਂ ਆ, ਉਹਦੇ ਵਿੱਚ ਆਟੋਮੈਟਿਕਲੀ 5 ਜੂਨ 2020 ਤੋਂ ਇਨਫੋਰਸ ਹੋ ਚੁੱਕੇ ਆ, ਉਹਦੇ 'ਚ ਸੂਬੇ ਦਾ ਕੋਈ ਰੋਲ ਨਹੀਂ ਹੈ। ਰਹੀ ਗੱਲ ਲਾਗੂ ਕਰਨ ਦੀ, ਅਸੀਂ ਪਾੜ ਕੇ ਸੁੱਟੇ ਆ, ਸੰਕੇਤਕ ਵਿਰੋਧ ਹੈ, ਤੇ ਅਸੀਂ ਪ੍ਰੈਕਟੀਕਲੀ ਦਿੱਲੀ 'ਚ ਵੀ ਰੈਲੀਆਂ ਕੀਤੀਆਂ, ਵੱਡੀ ਰੈਲੀ ਪੰਜਾਬ ਤੋਂ ਜਾ ਕੇ ਕੀਤੀ ਆ। ਐਵੇਂ ਝੂਠ ਬੋਲ ਕੇ ਇਹ ਮੁੱਦੇ ਨੂੰ ਡਿਸਟੋਰਟ ਕਰੀ ਜਾਂਦੇ ਆ। ਮੈਂ ਵਾਪਸ ਮੁੱਦੇ ਤੇ ਆ ਰਿਹਾ। ਇਹ ਜਿਹੜਾ ਕਹਿਣਾ ਕਿ ਕਿਸਾਨ ਮੰਨਣ ਨੂੰ ਤਿਆਰ ਨਹੀਂ, ਕਿਸਾਨ ਕਹਿੰਦੇ ਸਾਨੂੰ ਚਾਹੀਦੇ ਨਹੀਂ ਹੈ, ਇਸ ਕਰਕੇ ਕਿਉਂ ਲਾਗੂ ਕਰਦੇ ਹੋ? ਬਿਲਕੁਲ ਠੀਕ ਹੈ, ਪਰ ਉਹਦੇ ਨਾਲ ਹੀ ਇੱਕ ਸਭ ਤੋਂ ਵੱਡੀ ਵਜਨਦਾਰ ਗੱਲ ਇਹ ਵੀ ਹੈ ਕਿ ਕੱਲਾ ਨੁਕਤਾ ਕਿਸਾਨ ਵਿਰੋਧੀ ਹੈ।
ਔਰ ਇਹ ਕਾਨੂੰਨ ਜਿਹੜੇ ਆ ਇਹਨਾਂ ਨੇ ਤਾਂ ਅਮਰੀਕਾ 'ਚ ਵੀ ਛੋਟੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਇਆ, ਯੂਰਪ ਵਿੱਚ ਵੀ ਇਹ ਕਾਨੂੰਨ ਫੇਲ ਹੋ ਚੁੱਕੇ ਆ, ਤੇ ਇੰਡੀਆ ਵਿੱਚ ਜਿਹੜੇ ਇਹ ਕਾਨੂੰਨ ਲੈ ਕੇ ਆਏ ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ ਆ, ਕੱਲਾ ਇਹ ਹੀ ਨਹੀਂ ਵੀ ਪ੍ਰਾਈਵੇਟਾਈਜੇਸ਼ਨ ਨਾਲ ਖੇਤੀ ਨੂੰ ਨੁਕਸਾਨ ਹੋਣਾ ਆ, ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਨੂੰ ਵੀ ਬੜੇ ਕਰੂਅਲ ਤਰੀਕੇ ਨਾਲ ਲਾਗੂ ਕੀਤਾ ਆ। ਇਹਨਾਂ ਨੇ ਖੇਤੀ ਸੈਕਟਰ ਦੇ ਬੇੜਾ ਜਿਹੜਾ ਆ ਉਹਦੇ ਵਿੱਚ ਛੇਕ ਵੀ ਕੀਤੇ ਆ, ਉਸ ਬੇੜੇ ਦੇ ਵਿੱਚ ਤੇ ਨਾਲ ਵੱਡੇ ਵੱਡੇ ਬੱਟੇ ਵੀ ਪਾਏ ਆ ਵੀ ਛੇਤੀ ਡੁੱਬ ਜਾਏ। ਤੁਸੀਂ ਆ ਪੱਟੀ ਚਲਾ ਰਹੇ ਹੋ ਨਾ, APMC ਤੋਂ ਬਾਹਰ ਵੀ ਵੇਚ ਸਕਣਗੇ। ਅਸਲ 'ਚ ਇਹ ਲਾਗੂ ਇਹ ਕਹਿ ਲਾਉਣਾ ਚਾਹੀਦਾ ਕਿ APMC ਤੋਂ ਬਾਹਰ ਹੀ ਵੇਚ ਸਕਣਗੇ। ਇਹਨਾਂ ਨੇ 68 ਰੁਪਏ ਇੱਕ ਇਕਨੋਮਿਕਸ ਦੇ ਵਿੱਚ ਹੁੰਦਾ ਆ ਟਰਮਸ ਆਫ ਟ੍ਰੇਡ, ਇਹਨਾਂ ਨੇ ਟਰਮਸ ਆਫ ਟ੍ਰੇਡ ਇਨ ਫੇਵਰ ਆਫ ਪ੍ਰਾਈਵੇਟ ਮਾਰਕੀਟਸ 68 ਰੁਪਏ ਪ੍ਰਤੀ ਕੁਇੰਟਲ ਜਿਹੜੇ ਪੰਜਾਬ ਨੂੰ ਆਉਣੇ ਸੀਗੇ, ਰੈਵਨਿਊ ਆਉਣਾ ਸੀ, ਉਹ ਵਪਾਰੀ ਨੂੰ ਦੇਤਾ, MNC ਨੂੰ ਦੇਤਾ। ਇਹ ਉਹਦੇ ਨਾਲ APMC ਨੂੰ ਫੇਲ ਕਰਨਗੇ। ਅੱਜ ਆਪਣੇ ਇੰਨਾ ਡਿਟੇਲ ਹੋਵੇ ਟਾਈਮ ਤਾਂ ਮੈਂ ਸਮਝਾ ਸਕਦਾ ਕਿ ਕਿੱਦਾਂ 2 ਸਾਲ ਦੇ ਵਿੱਚ ਇਹ ਜਿਹੜੀਆਂ APMC ਦੀਆਂ ਮੰਡੀਆਂ ਹੈਗੀਆਂ ਉੱਥੇ ਘਾਹ ਉੱਗ ਜਾਣਾ। ਸੋ ਟਰਮਸ ਆਫ ਟ੍ਰੇਡ ਇਹਨਾਂ ਨੇ ਸਟੇਟ ਰੈਵਨਿਊ ਪ੍ਰਾਈਵੇਟ ਪਰ ਕੁਇੰਟਲ 68 ਰੁਪਏ ਪ੍ਰਾਈਵੇਟ ਵਪਾਰੀ ਨੂੰ ਜਾਣਾ ਆ, ਜਿਹੜਾ ਕਿ ਅਦਰਵਾਈਜ਼ ਉਹਨੇ ਪੇ ਕਰਨਾ ਸੀ, ਉਹ ਸੂਬੇ ਨੂੰ ਰੈਵਨਿਊ ਆਉਣਾ ਸੀਗਾ। ਤੇ ਹੁਣ ਇਹ ਸੋਢੀ ਸਾਹਿਬ ਵੀ ਕਹੀ ਜਾਂਦੇ ਆ ਅਸੀਂ ਟੈਕਸ ਲਾ ਦਿੰਨੇ ਆ, ਅਸੀਂ ਲਾਇਸੈਂਸ ਦੇ ਦਿੰਨੇ ਆ। ਤੁਸੀਂ ਇਹ ਦੇਖੋ 68 ਰੁਪਏ ਵਪਾਰੀ ਨੂੰ ਦੇਤੇ, ਕੋਈ ਲਾਇਸੈਂਸ ਨਹੀਂ, ਕੋਈ ਪੁੱਛ ਪੜਤਾਲ ਨਹੀਂ, ਕੋਈ ਤੁਲਾਈ ਦੀ ਚੈਕਿੰਗ ਨਹੀਂ ਹੈ, ਕੋਈ ਖਰਚੇ ਕਿੰਨੇ ਕੱਟੇ ਉਹਦੀ ਚੈੱਕ ਨਹੀਂ ਹੈ। ਔਰ ਜਦੋਂ ਲਾਇਸੈਂਸ ਹੀ ਕੋਈ ਨਹੀਂ, 10 ਪਿੰਡਾਂ ਦਾ ਖਰੀਦ ਕੇ ਕੋਈ ਮੈਨੇਜਰ ਇਹਨਾਂ ਦੀ ਕੰਪਨੀ ਦਾ ਉਹ ਚਲੇ ਜਾਏਗਾ ਕਿ ਕਿਸਾਨ ਕਿੱਥੇ ਤੁਰਿਆ ਫਿਰੂਗਾ, SDM ਕੋਲ ਕੀ ਕਰੂਗਾ ਉਹ। ਚਲੋ ਠੀਕ ਹੈ, ਸੋ ਬਿਲਕੁਲ ਇਸ ਪੁਆਇੰਟ ਦੇ ਉੱਤੇ ਬਹੁਤ ਗੱਲ ਕੀਤੀ ਹੈ। ਮੈਂ ਸੋਢੀ ਸਾਹਿਬ ਦਾ ਸੰਗੇੜਾ ਜੀ ਕਰੈਕਸ਼ਨ ਲਵਾਂਗਾ, ਪਰ ਢਿੱਲੋਂ ਸਾਹਿਬ ਬਹੁਤ ਦੇਰ ਤੋਂ ਵੇਟ ਕਰ ਰਹੇ ਨੇ, ਮੈਨੂੰ ਉਧਰ ਜਾਣਾ ਹੋਏਗਾ। SS ਢਿੱਲੋਂ ਜੀ, ਇੱਕ ਸਵਾਲ ਇਸ ਸਮੇਂ ਸਭ ਦੇ ਜ਼ਿਹਨ ਦੇ ਵਿੱਚ ਹੈ। ਬਿਲਕੁਲ ਬਿਲकुल ਆਪਾਂ ਇਸ ਪੂਰੇ ਚਰਚਾ ਨੂੰ ਆਪਾਂ ਐਂਡ ਦੇ ਵੱਲ ਲੈ ਕੇ ਜਾ ਰਹੇ ਹਾਂ, ਵਾਈਂਡ ਅਪ ਕਰਨ ਦੇ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ। ਸੰਘੇੜਾ ਸਾਹਿਬ, ਮੈਂ ਇਸ ਕਰਕੇ ਤੁਹਾਨੂੰ ਵਿਚਾਲੇ ਰੋਕ ਰਿਹਾ, ਸਮਾਂ ਬਹੁਤ ਘੱਟ ਹੈ। ਢਿੱਲੋਂ ਸਾਹਿਬ ਦੀ ਗੱਲ ਵੀ ਜ਼ਰੂਰ ਆਵੇ ਲੋਕਾਂ ਤੱਕ। ਢਿੱਲੋਂ ਸਾਹਿਬ, ਕੋਈ ਫਰਦਰ ਨੈਕਸਟ ਸਟੈਪ ਹੈ ਜਿਹੜਾ ਕਿਸਾਨ ਜਥੇਬੰਦੀਆਂ ਚੁੱਕ ਸਕਣ ਤੇ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾ ਸਕੇ, ਜਾਂ ਖੇਤੀ ਕਾਨੂੰਨ ਰੱਦ ਹੀ ਹੋਣ, ਇਸੇ ਡਿਮਾਂਡ ਦੇ ਉੱਤੇ ਕਿਸਾਨ ਵਜਿੱਦ ਰਹਿਣ? ਕਿਵੇਂ ਤੁਸੀਂ ਦੇਖਦੇ ਹੋ ਕਿ ਕੋਈ ਹੋਰ ਵਿਚਾਲੇ ਦਾ ਰਾਹ ਨਜ਼ਰ ਆਉਂਦਾ ਕਿ ਜੇ ਗੱਲਬਾਤ ਸ਼ੁਰੂ ਹੋਵੇ ਹੁਣ ਦੁਬਾਰਾ ਕੇਂਦਰ ਦੇ ਨਾਲ, ਤੇ ਕੋਈ ਤਾਂ ਰਾਹ ਹੋਵੇ ਜਿਸ ਦੇ ਜ਼ਰੀਏ ਅੱਗੇ ਵਧਿਆ ਜਾ ਸਕੇ? ਢਿੱਲੋਂ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਢਿੱਲੋਂ ਸਾਹਿਬ, ਜੇਕਰ ਆਵਾਜ਼ ਆ ਰਹੀ ਹੈ ਤਾਂ ਤੁਹਾਡਾ ਰਿਐਕਸ਼ਨ ਜਾਣਨਾ ਚਾਹਾਂਗੇ। ਕੋਈ ਵਿਚਾਲੇ ਦਾ ਰਾਹ ਤੁਹਾਨੂੰ ਨਜ਼ਰ ਆਉਂਦਾ? ਸਰਕਾਰ ਜਿੰਨਾ ਕਹਿੰਦੇ ਭਾਈ ਬਾਪ, ਸਾਰੀ ਸਰਕਾਰ ਡੈਮੋਕ੍ਰੈਟਿਕਲੀ ਇਲੈਕਟਡ ਹੈ। ਸਰਕਾਰ ਨੇ ਇੱਕ ਕਾਨੂੰਨ ਲੈ ਕੇ ਆਂਦੇ ਜਿਹਨਾਂ ਨੂੰ ਲੋਕਾਂ ਨੇ ਪਸੰਦ ਕੀਤਾ। ਲੱਗ ਰਿਹਾ ਸਰ ਕੁਝ ਨੈਟਵਰਕ ਦਾ ਇਸ਼ੂ ਹੈਗਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਉਨੀ ਦੇਰ ਬਲੀਵਾਲ ਸਾਹਿਬ ਦਾ ਇੱਕ ਰਿਐਕਸ਼ਨ ਜ਼ਰੂਰ ਲੈਣਾ। ਬਲੀਵਾਲ ਸਾਹਿਬ, ਆਪਾਂ ਡੀਟੇਲ ਨਹੀਂ ਕਰਨਾ ਪੂਰੇ ਮਾਮਲੇ ਨੂੰ, ਪਰ ਤੁਹਾਨੂੰ ਵਾਕਈ ਲੱਗਦਾ ਹੈ ਕਿ ਰੱਦ ਨਹੀਂ ਕੀਤੇ ਗਏ? ਕਿਉਂਕਿ ਸੰਘੇੜਾ ਸਾਹਿਬ ਕਲੀਅਰ ਸ਼ਬਦਾਂ 'ਚ ਕਹਿ ਰਹੇ ਨੇ ਕਿ ਕੇਂਦਰ ਨੇ ਬਣਾਇਆ, ਆਟੋਮੈਟਿਕਲੀ ਇੰਪਲੀਮੈਂਟ ਹੋ ਗਿਆ ਬਾਕੀ ਸਟੇਟਸ ਦੇ ਉੱਤੇ, ਪੂਰੇ ਦੇਸ਼ ਦੇ ਵਿੱਚ। ਪਰ ਤੁਸੀਂ ਜਿਸ ਬਿਹਾਫ ਦੇ ਉੱਤੇ ਜਾ ਕੇ ਕਹਿ ਰਹੇ ਹੋ ਕਿ ਦਿੱਲੀ ਵਾਲਿਆਂ ਨੇ ਜਿਹੜਾ ਇੰਪਲੀਮੈਂਟ ਕੀਤਾ ਜਾਂ ਅਸੀਂ ਨਹੀਂ ਕੀਤਾ? बलीवाल साहब, तो मेरे को समा भी पूरा है। सोडी साहब, एक फाइनल रिएक्शन ਤੁਹਾਡਾ ਚਾਹਾਂਗੇ ਇਸ ਪੂਰੇ ਮਾਮਲੇ ਦੇ ਵਿੱਚ। ਤੁਸੀਂ ਤਾਂ ਚਿੱਠੀ ਦਾ, ਬੀਜੇਪੀ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਹੁਣ ਤੱਕ, ਉਹ ਵੀ ਜਥੇਬੰਦੀਆਂ ਉਡੀਕ ਰਹੀਆਂ ਨੇ। 25 ਤਰੀਕ ਤੱਕ ਦਾ ਕਿਹਾ ਗਿਆ ਸੀ ਕਿ ਅਸੀਂ ਇੰਤਜ਼ਾਰ ਕਰਾਂਗੇ। ਹੁਣ ਗੱਲਬਾਤ ਹੋਏਗੀ ਨਹੀਂ ਹੋਏਗੀ? ਇੱਕ ਫੋਨ ਕਾਲ ਦੂਰ ਸੀ, ਪ੍ਰਧਾਨ ਮੰਤਰੀ ਕਹਿੰਦੇ ਸੀ, ਹੁਣ ਤਾਂ 5-6 ਦਿਨ ਹੋ ਗਏ, ਫੋਨ ਹੀ ਨਹੀਂ ਲੱਗ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹਣਾ ਹੈ, ਪਹਿਲਾਂ ਤਾਂ ਤੁਹਾਡੀ ਗੱਲ ਦਾ ਮੈਂ ਜਵਾਬ ਦੇਵਾਂਗਾ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਦਾ ਥੋੜਾ ਜਿਹਾ ਜਵਾਬ ਦੇ ਦਿਆਂ ਕਿ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤੀ ਪਾਰਟੀਆਂ ਨੇ ਬੀਜੇਪੀ ਨੂੰ ਛੱਡ ਕੇ, ਕੋਈ ਕਾਲੀ ਪੱਗ ਬੰਨੇ, ਕੋਈ ਕਾਲੇ ਝੰਡੇ ਲਾਵੇ, ਸਾਰੀ 2022 ਦੇ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਹੈ। ਇਹ ਤਿੰਨੇ ਪਾਰਟੀਆਂ ਨਹੀਂ ਭੱਜ ਸਕਦੀਆਂ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ। ਇਹਨਾਂ ਤਿੰਨਾਂ ਦਾ ਮੈਂ ਇਹਨਾਂ ਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਆਰਡੀਨੈਂਸ ਬਣੇ, ਇਹਨਾਂ ਦੀਆਂ ਪਾਰਟੀਆਂ ਸ਼ਾਮਲ
ਸਟੈਂਡਿੰਗ ਕਮੇਟੀ ਦੀਆਂ ਮੀਟਿੰਗਾਂ ਹੋਈਆਂ, ਇਹਨਾਂ ਦੇ ਵਿੱਚ ਦਸਤਖਤ, ਇਹਨਾਂ ਦੇ ਚੋਣ ਮੈਨੀਫੈਸਟੋ ਆਏ, ਉਹਨਾਂ ਦੇ ਵਿੱਚ ਸਾਰੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਕੀਤੀ। 2017 ਦੇ ਵਿੱਚ ਇਹਨਾਂ ਨੇ ਕਾਨੂੰਨ ਪ੍ਰਾਈਵੇਟ ਮੰਡੀ ਦੇ ਪੰਜਾਬ ਦੇ ਵਿੱਚ ਲਾਗੂ ਕੀਤੇ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਪਾਰਟੀ ਦੇ ਅੰਦਰ ਮੀਟਿੰਗ ਚੱਲ ਰਹੀ ਹੈ। ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਅਰਥ ਸ਼ਾਸਤਰੀ ਮਾਹਰ ਨੇ ਜਾਂ ਖੇਤੀਬਾੜੀ ਦੇ ਮਾਹਰ ਨੇ, ਸਾਰਿਆਂ ਨਾਲ ਵਿਚਾਰ ਵਟਾਂਦਰਾ ਹੋ ਰਿਹਾ ਕਿ ਮੀਟਿੰਗਾਂ ਲੰਬੀਆਂ ਨਾ ਹੋਣ, 1-2 ਮੀਟਿੰਗਾਂ ਦੇ ਵਿੱਚ ਨਿਬੇੜਾ ਹੋ ਜੇ। ਉਹ ਸਾਰੀ ਗੱਲਬਾਤ ਬਣ ਰਹੀ ਹੈ। ਮੈਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਿਸਾਨਾਂ ਨੂੰ ਕਾਲ ਆਊਗੀ ਔਰ ਇਹ ਮਸਲਾ ਹੱਲ ਵੀ ਹੋਊਗਾ ਔਰ ਜਿਹੜੇ ਵਿਰੋਧੀ ਪਾਰਟੀਆਂ ਰਾਜਨੀਤੀ ਕਰ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਮੂੰਹ ਦੀ ਖਾਣੀ ਪਊਗੀ। ਠੀਕ ਹੈ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋਢੀ ਸਾਹਿਬ ਤੁਹਾਡਾ ਵੀ, ਸੰਘੇੜਾ ਜੀ ਤੁਹਾਡਾ ਵੀ, ਬੱਲੀਵਾਲ ਸਾਹਿਬ ਤੁਹਾਡਾ ਵੀ, ਢਿੱਲੋਂ ਸਾਹਿਬ ਤੁਹਾਡਾ ਵੀ, ਤੁਹਾਡੇ ਤੋਂ ਰਿਐਕਸ਼ਨ ਲੈਣਾ ਚਾਹ ਰਿਹਾ ਸੀ ਪਰ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚੀ। ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ। ਸਵਾਲ ਉਹੀ ਵੱਡਾ ਖੜਾ ਹੈ ਪਿਛਲੇ 6 ਮਹੀਨੇ ਤੋਂ ਕਿ ਆਖਿਰ ਇਸ ਪੂਰੇ ਮਸਲੇ ਦਾ ਹੱਲ ਕਿਵੇਂ ਨਿਕਲੇਗਾ, ਕਦੋਂ ਨਿਕਲੇਗਾ ਤੇ ਕਿਸ ਤਰੀਕੇ ਨਾਲ ਗੱਲਬਾਤ ਨੂੰ ਅੱਗੇ ਤੋਰਿਆ ਜਾਵੇ। ਪਰ ਸੋਢੀ ਸਾਹਿਬ ਨੇ ਉਮੀਦ ਜਤਾ ਦਿੱਤੀ ਕਿ ਅਗਲੇ 1-2 ਦਿਨ ਦੇ ਵਿੱਚ ਉਮੀਦ ਹੈ ਕਿ ਕੇਂਦਰ ਦੀ ਸਰਕਾਰ ਦਾ ਸੱਦਾ ਜ਼ਰੂਰ ਆ ਜਾਏਗਾ ਤੇ ਗੱਲਬਾਤ ਇੱਕ ਵਾਰ ਮੁੜ ਤੋਂ ਲੀਹਾਂ ਦੇ ਉੱਤੇ ਹੋਏਗੀ ਤੇ ਹੱਲ ਵੀ ਮਸਲੇ ਦਾ ਜਲਦ ਨਿਕਲੇਗਾ। ਇੰਤਜ਼ਾਰ ਹੈ ਕਿ ਕਦੋਂ ਮਸਲੇ ਦਾ ਹੱਲ ਨਿਕਲਦਾ ਹੈ।